ਵੱਡੀ ਅਮਾਉਂਟ ਦੇ ਵਿੱਚ ਤਾਂ ਬਿਜਲੀ ਜਿਹੜੀ ਆ ਉਹ ਚੋਰੀ ਹੋ ਜਾਂਦੀ ਆ ਤੇ ਉਨੀ ਹੀ ਅਮਾਉਂਟ ਜਿਹੜੀ ਆ ਬਿਜਲੀ ਦੀ ਉਹ ਖਪਤ ਹੋ ਜਾਂਦੀ ਆ ਮਾੜੇ ਸਿਸਟਮ, ਮਾੜੇ ਪ੍ਰਬੰਧ ਤੇ ਸਾਧਨਾਂ ਦੀ ਅਣਹੋਂਦ ਦੇ ਕਰ। ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜਿਹੜੇ ਵੀ ਮੁਲਾਜ਼ਮ ਪੁਲਿਸ ਸਟੇਸ਼ਨ ਦੇਖਦੇ ਨੇ, ਚਾਹੇ ਉਹ SHO ਨੇ ਜਾਂ ਇੰਸਪੈਕਟਰਸ ਨੇ, ਜਿਨ੍ਹਾਂ ਦੀ ਵੀ ਡਿਊਟੀ ਆ, ਉਹ ਜਲਦੀ ਤੋਂ ਜਲਦੀ ਹਰ ਥਾਣੇ ਦੇ ਵਿੱਚ ਜਿਹੜਾ ਬਿਜਲੀ ਦਾ ਮੀਟਰ ਆ ਉਹ ਲਵਾਉਣ ਤੇ ਉਹ ਮਿਸਾਲ ਪੇਸ਼ ਕਰਨ। ਪਰ ਗੱਲ ਤਾਂ ਸਵਲੀਨ ਇਹ ਆ ਕਿ ਮਿਸਾਲ ਤੇ ਉਹ ਪੇਸ਼ ਕਰ ਦੇਣਗੇ, ਪਰ ਮਿਸਾਲ ਦੇ ਨਾਲ ਉਹ ਜਿਹੜਾ ਮਹੀਨੇ ਬਾਅਦ ਜਾਂ 2 ਮਹੀਨਿਆਂ ਬਾਅਦ ਉਹਨਾਂ ਕੋਲ ਬਿੱਲ ਪੇਸ਼ ਹੋਣਾ ਆ, ਉਹ ਕੌਣ ਦਊਗਾ? ਉਹ ਰਜਨੀਸ਼ ਸਿੰਘ ਨੇ, ਜਿਹੜੇ ਕਿ ਭਾਜਪਾ ਦੇ ਅਯੁੱਧਿਆ ਇਕਾਈ ਦੇ ਪ੍ਰਧਾਨ ਨੇ। ਉਹਨਾਂ ਨੇ ਇੱਕ ਪਟੀਸ਼ਨ ਪਾਈ। ਉਹਨਾਂ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਤਾਜ ਮਹਿਲ ਜਿਹੜਾ ਆ ਉਹ ਕਿਸੇ ਸਮੇਂ ਦਾ ਇੱਕ ਮੰਦਿਰ ਹੈ ਤੇ ਇਹਦੀ ਜਿਹੜੀ ਜਾਂਚ ਆ ਉਹ ਹੋਣੀ ਚਾਹੀਦੀ ਆ ਤੇ ਇਹਦੇ ਜਿਹੜੇ ਤਹਿਖਾਨਿਆਂ ਦੇ ਵਿੱਚ 22 ਕਮਰੇ ਬਣੇ ਹੋਏ ਨੇ ਉਹ ਬੰਦ ਨੇ, ਉਹ ਕਿਸੇ ਨੂੰ ਦੇਖਣ ਦੀ ਇਜਾਜ਼ਤ ਨਹੀਂ, ਉਹ ਖੋਲ੍ਹ ਕੇ ਸਾਨੂੰ ਦਿਖਾਏ ਜਾਣ। ਸਾਨੂੰ ਲੱਗਦਾ ਹੈ ਕਿ ਥੱਲੇ ਕੋਈ ਮੰਦਿਰ। ਜਿਹੜੇ ਲੋਕ ਇਹੋ ਜਿਹੀਆਂ ਪਟੀਸ਼ਨਸ ਪਾ ਰਹੇ ਨੇ, ਉਹਨਾਂ ਦਾ ਮਸਲਾ ਕਿਤੇ ਵੀ ਤਾਜ ਮਹਿਲ ਨੂੰ ਤਜੋ ਮਹਿਲ ਬਣਾਉਣ ਦਾ ਨਹੀਂ ਹੈਗਾ। ਉਹ ਇਹਨੂੰ ਨਾ ਤੇ ਮੰਦਿਰ ਦੇ ਰੂਪ 'ਚ ਦੇਖਣਾ ਚਾਹੁੰਦੇ ਨੇ, ਨਾ ਮਸਜਿਦ ਦੇ ਰੂਪ 'ਚ ਦੇਖਣਾ ਚਾਹੁੰਦੇ ਨੇ। ਉਹ ਤੇ ਭਾਰਤ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਖਾਕਾ ਸਿਰਜਣਾ ਚਾਹੁੰਦੇ ਨੇ। ਜਿਹੜੀ ਸਿਆਸਤ ਆ ਉਹ ਧਰਮ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਦੇਖਦੀ ਆ ਤੇ ਉਸੇ ਨਜ਼ਰੀਏ ਤੋਂ ਜਿਹੜੀ ਆ ਉਹਨੂੰ ਉਹ ਵਰਤਦੀ ਆ। ਗੱਲ ਇਹ ਆ ਕਿ ਸਾਨੂੰ ਲੋਕਾਂ ਨੂੰ ਉਹ ਚੀਜ਼ਾਂ ਜਿਹੜੀਆਂ ਸਮਝ ਨਹੀਂ ਆਉਂਦੀਆਂ ਤੇ ਜਾਂ ਫਿਰ ਸਿਆਸਤ ਦੇ ਵਿੱਚ ਅੰਨੇ ਹੋਏ ਜਿਹੜੇ ਲੋਕ ਨੇ ਉਹ ਸਾਨੂੰ ਸਮਝ ਆਉਣ ਨਹੀਂ ਦੇਣਾ ਚਾਹੁੰਦੇ। ਹੁਣ ਮੋਦੀ ਸਾਹਿਬ ਨੂੰ ਵੀ ਆਪੇ ਹੀ ਦੱਸ ਸਕਦੇ ਨੇ ਕਿ ਉਹ ਕਿਹੜੇ ਧਾਤੂ ਦੇ ਬਣੇ ਹੋਏ ਨੇ, ਕਿਉਂਕਿ ਉਹਨਾਂ ਦੀ ਚਾਹ ਵੇਚਣ ਵਾਲੀ ਸਟੇਸ਼ਨ ਵੀ ਨਹੀਂ ਲੱਭੀ ਹਾਲੇ ਤੱਕ ਤੇ ਨਾ ਹੀ ਉਹ ਗੱਡੀ ਲੱਭੀ ਜਿਹਦੇ 'ਚੋਂ ਚਾਹ ਵੇਚਦੇ ਸੀ। RBI ਜਿਹੜੀ ਕਿ ਮਹੀਨੇ ਬਾਅਦ ਇਹਨਾਂ ਸਾਰੀਆਂ ਚੀਜ਼ਾਂ ਦਾ ਰਿਵਿਊ ਕਰਦੀ ਹੈ, ਉਹਨਾਂ ਨੇ ਬੀਤੇ ਸਮੇਂ ਦੇ ਵਿੱਚ ਜਿੰਨੀ ਪ੍ਰੈਡਿਕਸ਼ਨ ਕੀਤੀ ਸੀ ਉਹਦੇ ਤੋਂ ਬਹੁਤ ਉਲਟ ਨਤੀਜੇ ਜਿਹੜੇ ਆ ਉਹ ਮਹਿੰਗਾਈ ਨੂੰ ਲੈ ਕੇ ਦੇਖਣ ਨੂੰ ਮਿਲ ਰਹੇ ਨੇ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ TV ਦੇਖਣ ਵਾਲੇ ਦਰਸ਼ਕਾਂ ਨੂੰ ਜੀ ਆਇਆਂ। ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਪ੍ਰੋਗਰਾਮ 'ਚ ਸਾਡਾ ਸਾਥ ਦੇਣਗੇ ਅੰਮ੍ਰਿਤਪਾਲ ਸ਼ਰਮਾ ਜੀ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ 'ਚ ਤੁਹਾਡਾ। ਸਤਿ ਸ਼੍ਰੀ ਅਕਾਲ ਸਵਲੀਨ, ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲੀ ਗੱਲ ਕਰਦੇ ਹਾਂ ਪੰਜਾਬ ਦੀ। ਪੰਜਾਬ 'ਚ ਸਭ ਤੋਂ ਵੱਡਾ ਮੁੱਦਾ ਆ ਬਿਜਲੀ ਦਾ ਮੁੱਦਾ। ਬਿਜਲੀ ਦੀ ਚੋਰੀ ਨੂੰ ਲੈ ਕੇ, ਬਿਜਲੀ ਦੀ ਸਪਲਾਈ ਨੂੰ ਲੈ ਕੇ ਬੜਾ ਰੌਲਾ ਇਹਨੇ ਦਿਨੀ ਤੇ ਮਾਨ ਸਰਕਾਰ ਨੇ ਸ਼ਿਕੰਜਾ ਕੱਸ ਲਿਆ। ਕਹਿੰਦੇ ਜਿਹੜੇ ਡਿਫਾਲਟਰ ਨੇ, ਜਿਹੜੇ ਕੁੰਡੀਆਂ ਲਾਉਂਦੇ ਨੇ, ਉਹਨਾਂ ਨੂੰ ਹੁਣ ਚੰਗੀ ਤਰ੍ਹਾਂ ਮੱਤ ਦੇਵਾਂਗੇ। ਰਿਪੋਰਟ ਇਹ ਕਹਿੰਦੀ ਹੈ ਕਿ 1200 ਕਰੋੜ ਦੀ ਜਿਹੜੀ ਬਿਜਲੀ ਆ ਉਹ ਕੁੰਡੀਆਂ ਦੇ ਨਾਲ ਚੋਰੀ ਹੋ ਜਾਂਦੀ ਹੈ ਸਾਲ ਦੀ। ਹੁਣ ਇੱਕ WhatsApp ਨੰਬਰ ਜਾਰੀ ਕੀਤਾ ਹੈ ਕਿ ਜਿਹੜਾ ਵੀ ਕੁੰਡੀ ਲਾਉਂਦਾ, ਚੋਰੀ ਕਰਦਾ, ਉਹਦੀ ਰਿਪੋਰਟ ਉਹਦੇ ਤੇ ਕਰ ਦਿਓ। ਕੀ ਪੰਜਾਬ 'ਚ ਸੱਚੀ ਅੱਛੇ ਦਿਨ ਆਉਣ ਵਾਲੇ ਨੇ? ਸਵਲੀਨ, ਜਿਹੜੀ ਗੱਲ ਨਾਲ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਕਿ ਇੱਕ ਵੱਡਾ ਮੁੱਦਾ ਹੈ ਬਿਜਲੀ, ਮੈਨੂੰ ਇੱਦਾਂ ਲੱਗਦਾ ਹੈ ਕਿ ਪੰਜਾਬ ਦੇ ਸਾਰੇ ਹੀ ਵੱਡੇ ਮੁੱਦੇ ਸਰਕਾਰ ਬਦਲਣ ਨਾਲ ਹੀ ਦਿਖਣ ਲੱਗੇ ਨੇ। ਜਦੋਂ ਬਿਜਲੀ ਚੋਰੀ ਦੀ ਗੱਲ ਕਰਦੇ ਹਾਂ ਤੇ ਮੈਂ ਨਾ ਕੋਈ 10 ਕੁ ਸਾਲ ਪੁਰਾਣੀ ਗੱਲ ਦੱਸਦਾ। ਮੇਰੀ ਇੱਕ ਵਾਰੀ ਕਿਸੇ ਆਫਿਸਰ ਨਾਲ ਗੱਲ ਹੋਈ, ਹੁਣ ਵੀ ਹੁੰਦੀ ਰਹਿੰਦੀ ਕਿਸੇ ਨਾ ਕਿਸੇ ਬੰਦਿਆਂ ਨਾਲ ਇਹੋ ਜਿਹੇ ਮੁੱਦਿਆਂ ਤੇ ਗੱਲ ਜੀ, ਤੇ ਉਹ ਕਹਿੰਦੇ ਨੇ ਕਿ 20% ਤੋਂ ਜ਼ਿਆਦਾ ਜਿਹੜੀ ਬਿਜਲੀ ਆ ਉਹ ਚੋਰੀ ਹੁੰਦੀ ਆ, ਜਿੰਨੀ ਬਣਨ ਵਾਲੀ ਬਿਜਲੀ ਆ ਟੋਟਲ, ਤੇ 19 ਤੋਂ 20% ਦੇ ਵਿੱਚ ਹੀ ਜਿਹੜੀ ਬਿਜਲੀ ਆ ਉਹ ਟ੍ਰਾਂਜ਼ਿਟ ਲੋਸਟ ਦੇ ਵਿੱਚ ਖਰਾਬ ਹੁੰਦੀ ਆ। ਟ੍ਰਾਂਜ਼ਿਟ ਲੋਸਟ ਇਨ ਦਾ ਸੈਂਸ ਕਿ ਟਰਾਂਸਪੋਰਟੇਸ਼ਨ, ਜਿੱਦਾਂ ਜਦੋਂ ਇੱਕ ਸਟੇਸ਼ਨ ਤੋਂ ਬਿਜਲੀ ਛੱਡੀ ਜਾਂਦੀ ਆ ਤੇ ਦੂਜੇ ਸਟੇਸ਼ਨ ਤੱਕ ਜਾਂ ਦੂਜੇ ਘਰਾਂ ਤੱਕ, ਖਪਤਕਾਰ ਤੱਕ, ਫੈਕਟਰੀ ਤੱਕ, ਖੇਤ ਤੱਕ ਉਹ ਪਹੁੰਚਦੀ ਆ ਤੇ ਰਸਤੇ ਦੇ ਵਿੱਚ ਹੀ ਉਹ ਜਿਹੜੀ 19% ਤੋਂ ਲੈ ਕੇ 20% ਤੱਕ ਜਿਹੜੀ ਆ ਉਹ ਖੱਪ ਜਾਂਦੀ ਆ ਰਸਤੇ ਦੇ ਵਿੱਚ। ਉਹਦੀ ਵਜ੍ਹਾ ਇਹ ਆ ਕਿ ਜਿਹੜੀ ਸਾਡਾ ਟ੍ਰਾਂਜ਼ਿਟ ਸਿਸਟਮ ਆ ਬਿਜਲੀ ਦਾ ਉਹ ਇੰਨਾ ਪੁਰਾਣਾ ਤੇ ਖਸਤਾ ਹਾਲ ਹੋ ਚੁੱਕਿਆ। ਚਾਹੇ ਉਹ ਤਾਰਾਂ ਨੇ, ਚਾਹੇ ਉਹ ਖੰਭੇ ਨੇ ਤੇ ਚਾਹੇ ਉਹ ਟਰਾਂਸਫਾਰਮਰ ਨੇ, ਇਹ ਇੰਨੇ ਖਸਤਾ ਹਾਲ ਤੇ ਇੰਨੇ ਪੁਰਾਣੇ ਨੇ ਕਿ ਉਹ ਰਸਤੇ ਦੇ ਵਿੱਚ ਜਿਹੜੀ ਬਿਜਲੀ ਆ ਉਹ ਖਪਤ ਹੋਣ ਤੋਂ ਪਹਿਲਾਂ ਹੀ ਖੱਪ ਜਾਂਦੀ ਆ। ਜਦੋਂ ਇਹਨਾਂ ਦੋਨਾਂ ਅੰਕੜਿਆਂ ਦਾ ਅਸੀਂ ਜੋੜ ਲਾਉਂਦੇ ਹਾਂ ਤੇ ਫਿਰ ਬੋਰਡ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ ਤੇ ਉਹ ਤਰਸਯੋਗ ਹੀ ਲੱਗਦੇ ਨੇ। ਸਟਾਫ ਦਾ ਬੇਸ਼ੁਮਾਰ ਗਿਣਤੀ ਦੇ ਵਿੱਚ ਘੱਟ ਹੋਣਾ, ਸਰਵਿਸ ਦਾ ਸਹੀ ਟਾਈਮ 'ਤੇ ਨਾ ਪਹੁੰਚ ਸਕਣਾ, ਵੱਡੇ ਲੰਬੇ ਕੱਟ ਲੱਗਣਾ ਤੇ ਬਹੁਤ ਹੀ ਵੱਡੀ ਗਿਣਤੀ ਦਾ ਮੁਫਤ ਦੇ ਲੋਕਾਂ ਦਾ ਇਸ ਡਿਪਾਰਟਮੈਂਟ ਦੇ ਉੱਤੇ ਨਿਰਭਰ ਹੋਣਾ। ਮੁਫਤ ਦੀ ਬਿਜਲੀ ਦਿੱਤੀ ਜਾਣੀ, ਚਾਹੇ ਉਹ ਖੇਤੀਬਾੜੀ ਸੈਕਟਰ ਦੀ ਆ ਤੇ ਚਾਹੇ ਉਹ ਕੁਝ ਹੋਰ ਖਾਸ ਤਬਕੇ ਦੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਆ।
ਦੇਖੋ ਤੁਸੀਂ ਇਸ ਗੱਲ ਨੂੰ ਇਦਾਂ ਸਮਝੋ ਕਿ ਜੇਕਰ ਡਿਪਾਰਟਮੈਂਟ ਚੁਸਤ ਦਰੁਸਤ ਹੋਵੇ, ਡਿਪਾਰਟਮੈਂਟ ਕੋਲ ਚੰਗੇ ਵਸੀਲੇ ਹੋਣ, ਇਹ 40% ਜਿਹੜਾ ਲਾਸ ਆ ਇਹ 40 ਤੋਂ ਘਟਾ ਕੇ 30 20 10 5, ਜੇ 5 ਤੋਂ 10% ਕਰ ਲਿਆ ਜਾਵੇ ਤਾਂ 30% ਬਿਜਲੀ ਸਾਡੇ ਕੋਲ ਵੱਧ ਹੋਵੇਗੀ। 30% ਵੱਧ ਹੋਣ ਨਾਲ ਜੇ ਅਸੀਂ 30% ਦਾ ਉਹ ਜਿਹੜਾ ਅਮਾਊਂਟ ਆ ਉਹਨੂੰ ਬੋਰਡ ਦੀ ਇਨਕਮ 'ਚ ਜੋੜ ਲਈਏ ਤਦ ਵੀ ਚੋਖਾ ਲਾਭ ਹੋ ਸਕਦਾ, ਤੇ ਜੇਕਰ ਉਹਨੂੰ ਅਸੀਂ ਸਬਸਿਡਾਈਜ਼ਡ ਸੈਕਟਰ ਦੇ ਵਿੱਚ ਬਦਲ ਦਈਏ ਤਦ ਵੀ ਚੋਖਾ ਫਾਇਦਾ ਜਿਹੜਾ ਹੋ ਸਕਦਾ। ਪਰ ਗੱਲ ਇਹ ਆ ਸਵਲੀਨ, ਇਹ ਸਿਰਫ ਔਰ ਸਿਰਫ ਕਿੱਸਾ ਗੋਈ ਦੀਆਂ ਗੱਲਾਂ ਨੇ। ਅਸੀਂ ਆਪਸ ਦੇ ਵਿੱਚ ਜ਼ੁਬਾਨੀ ਜਮ੍ਹਾਂ ਖਰਚੀ ਕਰ ਸਕਦੇ ਹਾਂ, ਇਹਨਾਂ ਚੀਜ਼ਾਂ ਦੇ ਉੱਤੇ ਕੰਮ ਜਿਹੜਾ ਆ ਉਹ ਹੋਣਾ ਮੁਸ਼ਕਲ ਜਾਪਦਾ ਹੈ। ਹੁਣ ਤੁਸੀਂ ਗੱਲ ਕੀਤੀ ਇਸ ਵੱਡੇ ਮੁੱਦੇ ਦੀ, ਤਾਂ ਇਸ ਵੱਡੇ ਮੁੱਦੇ ਦੀ ਸਭ ਤੋਂ ਵੱਡੀ ਗੱਲ ਬਿਲਕੁਲ ਇਹੀ ਹੈ ਕਿ ਵੱਡੀ ਅਮਾਊਂਟ ਦੇ ਵਿੱਚ ਤਾਂ ਬਿਜਲੀ ਜਿਹੜੀ ਆ ਉਹ ਚੋਰੀ ਹੋ ਜਾਂਦੀ ਆ, ਤੇ ਉਨੀ ਹੀ ਅਮਾਊਂਟ ਜਿਹੜੀ ਆ ਬਿਜਲੀ ਦੀ ਉਹ ਖਪਤ ਹੋ ਜਾਂਦੀ ਆ ਮਾੜੇ ਸਿਸਟਮ, ਮਾੜੇ ਪ੍ਰਬੰਧ ਤੇ ਸਾਧਨਾਂ ਦੀ ਅਣਹੋਂਦ ਦੇ ਕਰਕੇ। ਕੱਲ ਜਿਹੜੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਲਈ ਸਾਰੇ ਜ਼ਿਲ੍ਹੇ ਦੇ SSPs ਤੇ DCs ਦੀ, ਉੱਥੇ ਬਿਜਲੀ ਚੋਰੀ ਦਾ ਮੁੱਦਾ ਵੀ ਕਹਿੰਦੇ ਆ ਕਿ ਉਸ ਮੀਟਿੰਗ ਦੇ ਵਿੱਚ ਵਿਚਾਰਿਆ ਗਿਆ। ਤੇ ਜਦੋਂ ਗੱਲ ਉੱਥੇ ਇੱਕ ਹੋਰ ਹੈਰਾਨੀਜਨਕ ਗੱਲ ਸਾਹਮਣੇ ਆਈ ਕਿ ਬਿਜਲੀ ਜਿਹੜੀ ਆ ਬਹੁਤ ਸਾਰੀ ਚੋਰੀ ਹੁੰਦੀ ਆ ਤੇ ਸਰਕਾਰੀ ਵਿਭਾਗ ਜਿਹੜੇ ਨੇ ਉਹ ਬਿਜਲੀ ਦਾ ਬਿੱਲ ਪੇ ਹੀ ਨਹੀਂ ਕਰਦੇ। ਇਹ ਗੱਲਾਂ ਅਸੀਂ ਆਮ ਅਕਸਰ ਅਖਬਾਰਾਂ ਦੀਆਂ ਸੁਰਖੀਆਂ 'ਚ ਪੜ੍ਹਦੇ ਰਹਿੰਦੇ ਆ ਕਿ ਫਲਾਣੇ ਡਿਪਾਰਟਮੈਂਟ ਦਾ ਬਿੱਲ ਆਇਆ ਤੇ ਕਨੈਕਸ਼ਨ ਕੱਟ ਦਿੱਤਾ ਗਿਆ। ਬਾਅਦ ਵਿੱਚ ਕੀ ਹੁੰਦਾ ਆ ਕਿ ਉਹ ਕਨੈਕਸ਼ਨ ਜਿਹੜੇ ਆ ਆਪੋ ਆਪ ਹੀ ਜੁੜ ਜਾਂਦੇ ਨੇ, ਦਫ਼ਤਰਾਂ ਦੀ ਅਫਸਰਾਂ ਦੀ ਗੱਲ ਹੋ ਜਾਂਦੀ ਆ ਤੇ ਜਿਹੜੇ ਉਹ ਬਿੱਲ ਨੇ ਉਹ ਬੱਟੇ ਖਾਤੇ ਪਏ ਰਹਿੰਦੇ ਨੇ, ਤੇ ਬਿਜਲੀ ਬੋਰਡ ਦਾ ਜਿਹੜਾ ਉਧਾਰ ਉਹ ਪਿੰਡ ਦੇ ਉਧਾਰ ਦੀ ਦੁਕਾਨ ਵਾਂਗ ਜਿਹੜਾ ਆ ਉਹ ਵੱਧਦਾ ਰਹਿੰਦਾ ਆ ਤੇ ਕੰਮ ਜਿਹੜਾ ਆ ਉਹ ਉੱਥੇ ਦਾ ਉੱਥੇ ਹੀ ਚੱਲੀ ਜਾਂਦਾ ਹੈ। ਪਿਛਲੇ ਕੁਝ ਕੁ ਸਾਲ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਘਟਨਾ ਬੜੀ ਸੁਰਖੀਆਂ 'ਚ ਆਈ ਸੀ ਕਿ ਇੱਕ ਬਿਜਲੀ ਬੋਰਡ ਦੇ ਆਫਿਸਰ ਦੀ ਵਾਈਫ ਦਾ ਚਲਾਨ ਕਿਸੇ ਨਵੀਂ ਬਣੀ ਪੁਲਿਸ ਅਫਸਰ ਨੇ ਕੱਟ ਦਿੱਤਾ ਤੇ ਹੰਗਾਮਾ ਮਚ ਗਿਆ। ਸਾਰੇ ਹੀ ਪਟਿਆਲੇ ਦੇ ਜਿਹੜੇ ਬਿਜਲੀ ਸੀਗੇ ਪੁਲਿਸ ਦਫ਼ਤਰ, ਉਹਨਾਂ ਦੀ ਬਿਜਲੀ ਜਿਹੜੀ ਕੱਟ ਦਿੱਤੀ ਗਈ। 5-4 ਦਿਨ ਲੱਗੇ, ਮੁੜ ਕੇ ਚੰਡੀਗੜ੍ਹ ਦੇ ਵਿੱਚ ਬਿਜਲੀ ਬੋਰਡ ਦੇ ਵੱਡੇ ਅਧਿਕਾਰੀ ਤੇ ਨਾਲ ਦੀ ਨਾਲ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਬੈਠ ਕੇ ਉਹ ਰਾਜੀਨਾਮਾ ਕਰਾਇਆ ਤੇ ਜਿਹੜੀ ਬਿਜਲੀ ਸੀ ਥਾਣਿਆਂ ਦੇ ਵਿੱਚ ਬਹਾਲ ਹੋਈ। ਇਹ ਬਹੁਤ ਪੁਰਾਣੀਆਂ ਗੱਲਾਂ ਨੇ, ਬਹੁਤ ਆਮ ਗੱਲਾਂ ਨੇ ਸਾਡੇ ਸਿਸਟਮ 'ਚ ਹੋ ਚੁੱਕੀਆਂ, ਜਿਨ੍ਹਾਂ ਦਾ ਹੁਣ ਅਸੀਂ ਨੋਟਿਸ ਵੀ ਨਹੀਂ ਲੈਂਦੇ। ਪਰ ਤੁਸੀਂ ਦੇਖੋ ਕਿ ਬੀਤੇ ਦਿਨਾਂ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਸਭ ਤੋਂ ਵੱਡੀ ਖਬਰ ਜਿਹੜੀ ਬਣੀ ਹੋਈ ਆ 1 ਮਈ ਤੋਂ ਲੈ ਕੇ ਅੱਜ 12-13 ਮਈ ਤੱਕ, ਉਹ ਸਰਕਾਰੀ ਜ਼ਮੀਨਾਂ ਖਾਲੀ ਕਰਾਉਣ ਦੀ ਆ। ਪੰਜਾਬ ਦੀ ਗੱਲ ਕਰਦੇ ਹਾਂ ਅਸੀਂ, ਐਗਰੀਰੀਅਨ ਸਟੇਟ ਆ, ਤੇ ਇਹਨਾਂ 12 ਦਿਨਾਂ ਦੇ ਵਿੱਚ 1000 ਏਕੜ ਤੋਂ ਵੱਧ ਜ਼ਮੀਨ ਜਿਹੜੀ ਲੋਕਾਂ ਨੇ ਦੱਬੀ ਹੋਈ ਸੀ, ਰਸੂਖਦਾਰ ਸੀ, ਰਸੂਖਦਾਰ ਨਹੀਂ ਸੀ, ਅਸੀਂ ਉਹ ਸਾਰੇ ਗੱਲ ਛੱਡ ਦਿੰਦੇ ਹਾਂ। 1000 ਏਕੜ ਜ਼ਮੀਨ ਲੋਕਾਂ ਨੇ ਖਾਲੀ ਕੀਤੀ, ਛੱਡੀ, ਸਰਕਾਰ ਦੇ ਕਹਿਣ ਤੇ ਖਾਲੀ ਹੋਈ, ਸਰਕਾਰ ਦੇ ਫੈਸਲਿਆਂ ਨਾਲ ਹੋਈ। ਤੇ ਕਿਹਾ ਇਹ ਜਾਂਦਾ ਕਿ ਇਹ ਉਹ ਜ਼ਮੀਨ ਜਿਹੜੀ ਹੈ ਖਾਲੀ ਹੋਈ ਆ ਜਿਹਦੇ ਤੇ ਕੋਰਟ ਦੇ ਫੈਸਲੇ ਆ ਚੁੱਕੇ ਸੀ, ਸਿਰਫ ਔਰ ਸਿਰਫ ਪ੍ਰਸ਼ਾਸਨ ਨੇ ਜਾ ਕੇ ਕਹਿਣਾ ਸੀ ਤੇ ਮਸਲਾ ਹੱਲ ਹੋ ਜਾਣਾ ਸੀ। ਕਿਉਂਕਿ ਪੰਜਾਬ ਦਿੱਲੀ ਤਾਂ ਹੈ ਨਹੀਂ ਜਿੱਥੇ ਪੰਜਾਬ ਦੇ ਕੋਲ ਪੁਲਿਸ ਨਹੀਂ ਹੈਗੀ ਤੇ ਇਹ ਕੰਮ ਨਹੀਂ ਹੋ ਸਕਦੇ ਸੀ। ਹੁਣ ਇਹ ਵੀ ਇੱਕ ਵੱਡਾ ਮੁੱਦਾ ਹੈ। ਪਰ ਦੇਖਣ ਵਾਲੀ ਗੱਲ ਸਵਲੀਨ ਇਹ ਵੀ ਆ ਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਇਹਨਾਂ ਚੀਜ਼ਾਂ ਤੇ ਧਿਆਨ ਕਿਉਂ ਨਹੀਂ ਦਿੱਤਾ, ਜਦੋਂ ਕਿ ਇਸ ਜ਼ਮੀਨ ਦੀ ਜਿਹੜੀ ਗਿਣਤੀ ਆ ਉਹ ਲੱਖ ਏਕੜ ਤੱਕ ਦੱਸੀ ਜਾ ਰਹੀ ਆ। ਹੁਣ ਇਹ ਸਰਕਾਰ ਆਉਣ ਵਾਲੇ ਦਿਨਾਂ 'ਚ ਕਿੰਨੀ ਖਾਲੀ ਕਰਾਵੇਗੀ, ਕਿੰਨੀ ਨਹੀਂ ਖਾਲੀ ਕਰਾਵੇਗੀ, ਇੱਕ ਵੱਖਰੀ ਗੱਲ ਹੈ। ਸੋ ਬਿਲਕੁਲ ਉਹੀ ਹਾਲ ਬਿਜਲੀ ਬੋਰਡ ਦਾ ਵੀ ਹੈ। ਜੇਕਰ ਦੋਨਾਂ ਡਿਪਾਰਟਮੈਂਟਸ ਦੀ ਮਿਲੀ ਭੁਗਤ ਨਾ ਹੋਵੇ, ਬਿਜਲੀ ਬੋਰਡ ਦੀ ਬਾਕੀ ਡਿਪਾਰਟਮੈਂਟਸ ਨਾਲ, ਚਾਹੇ ਅਸੀਂ ਅੱਜ ਸਿਰਫ ਪੁਲਿਸ ਦੀ ਹੀ ਗੱਲ ਕਰੀਏ, ਤਾਂ ਕਿਉਂ ਨਹੀਂ ਇਹ ਜਿਹੜੇ ਥਾਣਿਆਂ ਦੇ ਮੀਟਰ ਨੇ ਪਹਿਲਾਂ ਕਿਉਂ ਨਹੀਂ ਲੱਗੇ। ਪਰ ਜਦੋਂ ਅਸੀਂ ਪੁਲਿਸ ਦੇ ਪੱਖ ਦੀ ਗੱਲ ਕਰਦੇ ਹਾਂ ਤੇ ਉਹ ਕਹਿੰਦੇ ਨੇ ਕਿ ਸਾਨੂੰ ਤੇ ਪੈਟਰੋਲਿੰਗ ਲਈ ਜਿਹੜੇ ਆ ਉਹ ਖਰਚੇ ਵੀ ਨਹੀਂ ਮਿਲਦੇ। ਨਸ਼ਿਆਂ ਦੀ ਗੱਲ ਕਰਦੇ ਸੀ ਤੇ ਅੱਜ ਹੀ ਇਹ ਕਹਾਣੀ ਸਾਹਮਣੇ ਆਉਂਦੀ ਆ ਕਿ ਜਦੋਂ ਕਿਸੇ ਆਫੀਸਰ ਨਾਲ ਗੱਲ ਕਰੋ ਆਫ ਦੀ ਰਿਕਾਰਡ ਤੇ ਉਹ ਕਹਿੰਦਾ ਕਿ ਬੰਦਾ ਤੇ ਫੜ ਲਿਆਉਂਦੇ ਆ, ਫਿਕਰ ਇਹ ਹੁੰਦੀ ਆ ਕਿ ਉਹਨੂੰ ਰੱਖਣਾ ਕਿੱਦਾਂ ਆ, ਉਹਦੀ ਜਿਹੜੀ ਨਸ਼ੇ ਦੀ ਤੋਟ ਆ ਉਹ ਕਿੱਦਾਂ ਪੂਰੀ ਕਰਨੀ ਆ, ਉਹਨੂੰ ਕਿਹੜੇ ਡਾਕਟਰ ਕੋਲ ਲੈ ਕੇ ਜਾਣਾ ਜੇ ਕੋਈ ਸਮੱਸਿਆ ਹੋਵੇ। ਸੋ ਗੱਲ ਇਹ ਆ ਕਿ ਇੱਥੇ ਤੰਦ ਨਹੀਂ ਟੁੱਟਿਆ, ਤਾਣੀ ਉਲਝੀ ਹੋਈ ਆ। ਮੁੱਦੇ ਜਿਹੜੇ ਨੇ ਰੋਜ਼ ਦੀ ਰੋਜ਼ ਨਵੇਂ ਸਾਹਮਣੇ ਆਉਂਦੇ ਨੇ। ਹੁਣ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜਿਹੜੇ ਵੀ ਮੁਲਾਜ਼ਮ ਪੁਲਿਸ ਸਟੇਸ਼ਨ ਦੇਖਦੇ ਨੇ, ਚਾਹੇ ਉਹ SHO ਨੇ ਜਾਂ ਇੰਸਪੈਕਟਰਸ ਨੇ, ਜਿਨ੍ਹਾਂ ਦੀ ਵੀ ਡਿਊਟੀ ਆ, ਉਹ ਜਲਦੀ ਤੋਂ ਜਲਦੀ ਹਰ ਥਾਣੇ ਦੇ ਵਿੱਚ ਜਿਹੜਾ ਬਿਜਲੀ ਦਾ ਮੀਟਰ ਆ ਉਹ ਲਵਾਉਣ ਤੇ ਉਹ ਮਿਸਾਲ ਪੇਸ਼ ਕਰਨ। ਪਰ ਗੱਲ ਤਾਂ ਸਵਲੀਨ ਇਹ ਆ ਕਿ ਮਿਸਾਲ ਤੇ ਉਹ ਪੇਸ਼ ਕਰ ਦੇਣਗੇ, ਪਰ ਮਿਸਾਲ ਦੇ ਨਾਲ ਉਹ ਜਿਹੜਾ ਮਹੀਨੇ ਬਾਅਦ ਜਾਂ 2 ਮਹੀਨਿਆਂ ਬਾਅਦ ਉਹਨਾਂ ਕੋਲ ਬਿੱਲ ਪੇਸ਼ ਹੋਣਾ ਆ, ਉਹ ਕੌਣ ਦਊਗਾ, ਉਹ ਕਿਹੜੇ ਖਾਤੇ 'ਚੋਂ ਆਊਗਾ? ਖਜ਼ਾਨਾ ਤੇ ਹਾਲੇ ਕਿਸੇ ਪਾਸਿਓਂ ਬੋਲਦਾ ਨਹੀਂ। ਐਕਸਾਈਜ਼ ਪਾਲਿਸੀ ਤੇ ਕੋਈ ਕੰਮ ਨਹੀਂ ਹੋਇਆ, ਬਜਟ ਹਾਲੇ ਆਉਣਾ ਆ। ਅਬਕਾਰੀ ਤੇ ਜਿਹੜੀ ਹੈਗੀ ਤੁਹਾਡੀ ਰੇਤਾ ਵਾਲੀ ਪਾਲਿਸੀ, ਉਹਦੇ ਤੇ ਵੀ ਕੋਈ ਨਹੀਂ ਹੋਇਆ। ਤੇ ਰੋਜ਼ ਦੀ ਰੋਜ਼ RTI ਇਨਫੋਰਮੇਸ਼ਨਾਂ ਦੱਸਦੀਆਂ ਕਿ ਸਰਕਾਰ ਨੇ ਵੀ ਬੀਤੇ ਦਿਨਾਂ ਦੇ ਵਿੱਚ ਕਈ ਹਜ਼ਾਰ ਕਰੋੜ ਦਾ ਜਿਹੜਾ ਉਹ ਕਰਜ਼ਾ ਹੀ ਲਿਆ।
ਸੋ ਦੇਖਣ ਨੂੰ ਤੇ ਇਹ ਮੀਟਿੰਗਾਂ ਬਹੁਤ ਚੰਗੀਆਂ ਲੱਗਦੀਆਂ ਨੇ, ਇਹ ਸਾਰਾ ਕੁਝ ਜਿਹੜਾ ਆ ਉਹ ਚੰਗਾ ਲੱਗਦਾ ਹੈ, ਪਰ ਇਹਦੇ ਤੇ ਫਿਰ ਅਮਲ ਜੇਕਰ ਕਰਨਾ ਆ ਤੇ ਉਹ ਥਾਣਿਆਂ ਲਈ ਜਾਂ ਪੁਲਿਸ ਸਟੇਸ਼ਨਾਂ ਲਈ ਜਾਂ ਸਰਕਾਰੀ ਦਫ਼ਤਰਾਂ ਲਈ ਕੋਈ ਨਾ ਕੋਈ ਅਕਾਊਂਟ ਵੀ ਬਣਾਉਣਾ ਪਊਗਾ, ਜਿਹਦੇ 'ਚ ਕਿਤਿਓਂ ਪੈਸੇ ਆਉਣਗੇ ਤਾਂ ਹੀ ਉਹ ਪੈਸੇ ਜਿਹੜੇ ਆ ਉਹ ਬਿੱਲ ਦੇ ਰੂਪ ਵਿੱਚ ਬਿਜਲੀ ਬੋਰਡ ਨੂੰ ਜਾਣਗੇ। ਗੱਲਾਂ ਤੇ ਹੈਗੀਆਂ ਨੇ ਚੰਗੀਆਂ, ਪਰ ਇਹਨਾਂ ਨੂੰ ਅਮਲੀ ਜਾਮਾ ਜਿਹੜਾ ਪਹਿਨਾਉਣਾ ਆ ਉਹ ਔਖਾ ਲੱਗਦਾ। ਮੈਨੂੰ ਆਪਣੀ ਇੱਕ ਘਟਨਾ ਯਾਦ ਆ, ਬੜੀ ਪੁਰਾਣੀ। ਇੱਕ ਵਾਰ ਇੱਕ ਡੇਰੇ ਦਾ ਕਨੈਕਸ਼ਨ, ਇੱਕ ਬਿਜਲੀ ਦੇ ਚੰਗੇ ਅਫਸਰ ਸੀ, ਸਾਡੇ ਜਾਣਕਾਰ ਸੀ, ਬਹੁਤ ਚੰਗੇ। ਉਹਨਾਂ ਨੇ ਸਵੇਰੇ 4-4:30 ਵਜੇ ਰੇਡ ਕੀਤੀ ਤੇ ਕਨੈਕਸ਼ਨ ਬਿਜਲੀ ਦਾ ਕੱਟ ਦਿੱਤਾ। ਆਫਿਸਰ ਸਾਹਿਬ ਹਾਲੇ ਦਫ਼ਤਰ ਨਹੀਂ ਪਹੁੰਚੇ ਤੇ ਐਮਐਲਏ ਦਾ ਸੰਬੰਧਿਤ ਫੋਨ ਆ ਗਿਆ ਕਿ ਤੁਸੀਂ ਕਨੈਕਸ਼ਨ ਕੱਟਿਆ ਆ, ਉਹ ਤੇ ਧਾਰਮਿਕ ਬੰਦੇ ਨੇ, ਉਹਨਾਂ ਦਾ ਕਨੈਕਸ਼ਨ ਲਾ ਦਿਓ। ਤੇ ਜਿਹੜੇ ਅਫਸਰ ਸੀ ਉਹ ਧਾਰਮਿਕ ਤਾਂ ਬਹੁਤ ਸੀ, ਪਰ ਉਹ ਡਿਪਾਰਟਮੈਂਟ ਲਈ ਧਾਰਮਿਕ ਜ਼ਿਆਦਾ ਸੀ। ਉਹ ਕਹਿੰਦੇ ਜੀ ਕਨੈਕਸ਼ਨ ਮੈਂ ਕੱਟਿਆ ਆ, 10,000 ਕੁਛ ਰੁਪਈਏ ਜੁਰਮਾਨਾ ਬਣਿਆ ਤੇ ਕੁਛ 100 ਰੁਪਈਏ ਫੀਸ ਉਹਨਾਂ ਨੇ ਦੱਸੀ ਕਿ ਇਹ ਜਿਹੜੀ ਫੀਸ ਆ ਉਹ ਕਨੈਕਸ਼ਨ ਨੂੰ ਦੁਬਾਰਾ ਜੋੜਨ ਦੀ ਆ। ਫਿਰ ਐਮਐਲਏ ਸਾਹਿਬ ਨੂੰ ਲੱਗਾ ਕਿ ਇਹ ਤਾਂ ਮੇਰੀ ਇਨਸਲਟ ਆ। ਉਹ ਕਹਿੰਦੇ ਵੀ ਤੈਨੂੰ ਪਤਾ ਨਹੀਂ ਮੈਂ ਐਮਐਲਏ ਬੋਲਦਾ, ਜੋ ਵੀ ਉਹਨਾਂ ਦੀ ਆਪਸ ਦੇ ਵਿੱਚ ਤਲਕ ਕਲਾਮੀ ਹੋਈ। ਉਸ ਤੋਂ ਬਾਅਦ ਸਵਲੀਨ ਤੁਸੀਂ ਜਾਣਿਓ ਕਿ ਦੂਜੇ ਤੀਜੇ ਦਿਨ ਉਸ ਅਫਸਰ ਦੀ ਉਸ ਥਾਣੇ 'ਚੋਂ ਬਦਲੀ ਕਰ ਦਿੱਤੀ ਗਈ। ਉਹ ਬੰਦਾ ਵਧੀਆ ਸੀ, ਉਹ ਜਾ ਕੇ ਚੇਅਰਮੈਨ ਕੋਲ ਪੇਸ਼ ਹੋਇਆ, ਬਹਾਲੀ ਹੋਈ, ਕਨੈਕਸ਼ਨ ਕੱਟਿਆ ਰਿਹਾ, ਪੈਸੇ ਦਿੱਤੇ ਨਹੀਂ ਦਿੱਤੇ। ਪਰ ਇਹ ਗੱਲਾਂ ਸੱਚ ਨੇ, ਅੱਜ ਵੀ ਇਹ ਕੁਝ ਸਾਡੇ ਸਾਹਮਣੇ ਕਈ ਵਾਰ ਆਉਂਦਾ ਹੈ। ਪੰਜਾਬ ਸਰਕਾਰ ਨੂੰ ਇਹ ਨਵੀਂ ਗੱਲ ਲੱਗੀ ਹੈ ਕਿ ਕਿਸੇ ਡੇਰੇ ਦਾ ਕਨੈਕਸ਼ਨ ਜਿਹੜਾ ਹੈ ਉਹ ਸਿੱਧਾ ਜੁੜਿਆ ਹੋਇਆ ਸੀ ਤੇ ਉੱਥੇ ਉਹਨਾਂ ਨੇ ਛਾਪੇਮਾਰੀ ਕਰਕੇ ਦੇਖਿਆ ਤੇ ਉਹਨਾਂ ਕੋਲ ਤੇ 10-15 ਏਸੀ ਲੱਗੇ ਹੋਏ ਸੀ, 100-200 ਬੱਲਬ ਜਗਦਾ ਸੀ ਤੇ 50-70-80 ਕਹਿੰਦੇ ਪੱਖੇ ਵੀ ਉੱਥੇ ਚੱਲਦੇ ਸੀ, ਹੋਰ ਸਾਰਾ ਕੁਝ ਜਿਹੜਾ ਚੱਲੀ ਜਾਂਦਾ ਸੀ, ਗੀਜ਼ਰ ਵੀ ਤੇ ਮੋਟਰਾਂ ਵੀ। ਇਹ ਪੰਜਾਬ ਦੇ ਵਿੱਚ ਬੜੀਆਂ ਆਮ ਗੱਲਾਂ ਨੇ, ਲੋਕ ਇਸ ਗੱਲ ਦੇ ਆਦੀ ਹੋ ਚੁੱਕੇ ਨੇ। ਅਸੀਂ ਵੀ ਇਹਨਾਂ ਚੀਜ਼ਾਂ ਨੂੰ ਆਮ ਵਰਤਾਰੇ ਵਾਂਗ ਮੰਨ ਲਿਆ, ਜਿਵੇਂ ਅਸੀਂ ਕਈ ਵਾਰ ਹਾਸੇ 'ਚ ਗੱਲ ਕਹਿ ਦਿੰਦੇ ਹਾਂ ਕਿ ਪੰਜਾਬ ਦੇ ਵਿੱਚ ਸ਼ਰਾਬ ਨੂੰ ਤੇ ਹੁਣ ਨਸ਼ਾ ਹੀ ਨਹੀਂ ਮੰਨਿਆ ਜਾਂਦਾ। ਜਦੋਂ ਅਸੀਂ ਬਿਜਲੀ ਦੇ ਬਿੱਲ ਦੇਣ ਦੀ ਗੱਲ ਕਰਦੇ ਹਾਂ, ਉਹ 20% ਚੋਰੀ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੇ ਸਬ ਡਿਵੀਜ਼ਨਾਂ ਬਿਜਲੀ ਬੋਰਡ ਦੇ ਜਾਣਕਾਰਾਂ ਦੇ ਵਿੱਚੋਂ ਜਦੋਂ ਗੱਲ ਕਰਦੇ ਸਾਹਮਣੇ ਆਉਂਦੀਆਂ, ਅਖਬਾਰਾਂ 'ਚ ਵੀ ਨਸ਼ਰ ਕੀਤੇ ਉਹ ਨਾਮ ਉਹਨਾਂ ਨੇ, ਜੀਰਾ, ਅੰਮ੍ਰਿਤਸਰ, ਪੱਛਮੀ, ਅਜਨਾਲਾ, ਪਾਤੜਾਂ, ਲਹਿਰਾ ਗਾਗਾ, ਬਾਘਾ ਪੁਰਾਣਾ, ਭਗਤਾ ਭਾਈ, ਜਲਾਲਾਬਾਦ, ਮਲੋਟ, ਬਾਦਲ, ਪਟਿਆਲਾ, ਮਤਲਬ ਇਹ ਬਹੁਤ ਸਾਰੀਆਂ ਡਿਵੀਜ਼ਨਾਂ ਨੇ ਜਿੱਥੇ ਸਭ ਤੋਂ ਘੱਟ ਜਿਹੜੇ ਬਿੱਲ ਪੇ ਹੁੰਦੇ ਨੇ। ਤੇ ਇਹ ਕੋਈ ਨਵੀਂ ਗੱਲ ਥੋੜ੍ਹੀ ਹੈ, ਇਹ ਪਹਿਲਾਂ ਕਿਹੜਾ ਪਤਾ ਨਹੀਂ ਸੀ। ਹੁਣ ਗੱਲ ਇਹ ਆ ਕਿ ਕਿਉਂਕਿ ਸਰਕਾਰ ਜਿਹੜੀ ਆ ਬਦਲ ਗਈ ਆ, ਬਦਲਾਵ ਇਸ ਗੱਲ ਦਾ ਆਇਆ ਕਿ ਜੋ ਚੀਜ਼ਾਂ ਅੰਡਰ ਕਵਰ ਚੱਲਦੀਆਂ ਸੀ ਉਹ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗੀਆਂ ਤੇ ਇਹਨਾਂ ਗੱਲਾਂ ਬਾਰੇ ਜਿਹੜੀ ਆ ਉਹ ਗੱਲਬਾਤ ਵੀ ਹੋਣ ਲੱਗੀ। ਉਸੇ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਜਿੱਥੇ ਇਹ ਬਿਜਲੀ ਵਾਲੀ ਗੱਲ ਹੋਈ ਆ, ਉੱਥੇ ਹੀ ਗੱਲਾਂ ਨਸ਼ੇ ਦੀਆਂ ਵੀ ਹੋਈਆਂ। ਅੰਕੜੇ ਸਾਹਮਣੇ ਇਦਾਂ ਦੇ ਆਏ ਆ ਸਵਲੀਨ, ਜਿਹੜੇ ਹੈਰਾਨੀਜਨਕ ਨੇ ਕਿ 4-4.5 ਲੱਖ ਲੋਕ ਰੋਜ਼ ਪੰਜਾਬ ਸਰਕਾਰ ਦੇ ਓਟ ਕੇਂਦਰਾਂ ਤੋਂ ਦਵਾਈ ਲੈਣ ਜਾਂਦੇ ਨੇ। ਕਹਿਣ ਨੂੰ ਉਹ ਨਸ਼ਾ ਛਡਾਉਣ ਦੀ ਦਵਾਈ ਆ, ਪਰ ਆਪਣੇ ਆਪ ਦੇ ਵਿੱਚ ਉਹ ਇੱਕ ਹੋਰ ਨਵੀਂ ਅਲਾਮਤ ਖੜੀ ਹੋਈ ਆ। ਹੁਣ ਸਰਕਾਰ ਕਹਿ ਰਹੀ ਆ ਕਿ ਅਸੀਂ ਨਸ਼ੇ ਤੇ ਵੱਡੀ ਕਾਰਵਾਈ ਕਰਨੀ ਆ ਤੇ ਕਿਉਂਕਿ ਨਸ਼ੇ ਤੇ ਵੱਡੀ ਕਾਰਵਾਈ ਹੋਣੀ ਆ ਤੇ ਇਹਨਾਂ ਮਰੀਜ਼ਾਂ ਦੀ ਗਿਣਤੀ ਵਧਣੀ ਆ, ਇਸ ਕਰਕੇ ਅਸੀਂ ਜਿਹੜੇ ਆ ਓਟ ਸੈਂਟਰ ਵੀ ਵਧਾਉਣੇ ਆ। ਹੁਣ ਗੱਲ ਫਿਰ ਉੱਥੇ ਆ ਜਾਂਦੀ ਆ ਕਿ ਤੰਦ ਨਹੀਂ ਟੁੱਟਿਆ ਹੋਇਆ, ਤਾਣੀ ਉਲਝੀ ਹੋਈ ਆ। ਓਟ ਸੈਂਟਰ ਵਧਾਉਣੇ ਆ ਮਤਲਬ ਦਵਾਈਆਂ ਦੀ ਸਪਲਾਈ ਵੱਧ ਚਾਹੀਦੀ ਆ। ਓਟ ਸੈਂਟਰ ਵਧਾਉਣੇ ਆ ਮਤਲਬ ਕਿ ਮਾਨਸਿਕ ਸਲਾਹਕਾਰ, ਸਾਈਕੈਟਰਿਸਟ ਵਧੀਆ ਚਾਹੀਦੇ ਨੇ, ਵੱਧ ਚਾਹੀਦੇ ਨੇ। ਓਟ ਸੈਂਟਰ ਵਧਣੇ ਆ, ਮਰੀਜ਼ ਵਧਣੇ ਆ ਤੇ ਫਿਰ ਉਹਨਾਂ ਨੂੰ ਸੰਭਾਲਣ ਵਾਲੇ ਡਾਕਟਰ ਵੱਧ ਚਾਹੀਦੇ ਨੇ। ਸੋ ਇਹ ਇੱਕ ਅੱਧੇ ਪਾਸਿਓਂ ਮਸਲਾ ਹੱਲ ਕਰਕੇ ਮੀਟਿੰਗਾਂ ਨਾਲ ਨਹੀਂ ਹੋਣਾ। ਇਹਦੇ ਲਈ ਲੋਕਾਂ ਦੀਆਂ ਇੱਛਾਵਾਂ, ਸਰਕਾਰ ਤੋਂ ਆਸਾਂ ਜਿਹੜੀਆਂ ਨੇ ਬਹੁਤ ਲੰਬੀਆਂ ਨੇ ਜੀ। ਪਰ ਇੱਕ ਗੱਲ ਦੀ ਖੁਸ਼ੀ ਆ ਕਿ ਮਹੀਨੇ ਭਾਵੇਂ 2 ਹੀ ਹੋਏ ਨੇ, ਪਰ ਸਰਕਾਰ ਇਦਾਂ ਜਾਪਦਾ ਆ ਕਿ ਸਹੀ ਦਿਸ਼ਾ 'ਚ ਕਦਮ ਜਿਹੜੇ ਆ ਉਹ ਪੁੱਟ ਰਹੀ ਆ ਜੀ। ਸੋ ਬਿਜਲੀ ਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ ਕੀ ਕੁਝ ਸਾਹਮਣੇ ਆਉਂਦਾ ਆ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਹਾਲ ਦੀ ਘੜੀ ਲੱਗਦਾ ਆ ਕਿ ਕਾਫੀ ਚੀਜ਼ਾਂ ਜਿਹੜੀਆਂ ਆ ਉਹ ਰੁਕ ਸਿਰ ਹੋ ਜਾਣਗੀਆਂ, ਢੰਗ ਸਿਰ ਹੋ ਜਾਣਗੀਆਂ। ਜੀ ਬਿਲਕੁਲ, ਗੱਲ ਅਗਲੇ ਮੁੱਦੇ ਦੀ ਕਰਾਂਗੇ ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਇਲਾਹਾਬਾਦ ਹਾਈ ਕੋਰਟ 'ਚ ਇੱਕ ਪਟੀਸ਼ਨਰ ਨੇ ਪਟੀਸ਼ਨ ਪਾਈ ਤੇ ਅਦਾਲਤ ਨੇ ਅੱਗੋਂ ਉਹਦੀ ਲਾਹ ਪਾ ਕਰਤੀ। ਕੀ ਹੈ ਜੀ ਪੂਰਾ ਮਾਮਲਾ, ਦਰਸ਼ਕਾਂ ਦੇ ਨਾਲ ਸਾਂਝਾ ਕਰ ਲਈਏ। ਸਵਲੀਨ, ਗੱਲ ਇਹ ਆ ਕਿ ਲੋਕਾਂ ਨੇ ਨਾ ਅਦਾਲਤਾਂ ਨੂੰ ਵੀ ਵਿਹਲੇ ਸਮਝ ਲਿਆ ਜਿੱਦਾਂ ਲੋਕ ਆਪ ਵਿਹਲੇ ਨੇ। ਪਬਲਿਕ ਇੰਟਰਸਟ ਲਿਟੀਗੇਸ਼ਨ ਇੱਕ ਇਹੋ ਜਿਹੀ ਚੀਜ਼ ਹੈ ਕਿ ਜਿੱਥੇ ਲੋਕਾਂ ਦੇ ਹਿੱਤ ਜੁੜੇ ਹੋਣ ਉੱਥੇ ਅਸੀਂ ਇੱਕ ਕੇਸ ਜਿਹੜਾ ਆ ਉਹ ਦਰਜ
ਕਰ ਸਕਦੇ ਆ ਤੇ ਅਦਾਲਤ ਉਹਦੇ ਲਈ ਫੈਸਲਾ ਦਿੰਦੀ ਆ ਤੇ ਫਿਰ ਉਹਦੇ ਨਾਲ ਲੋਕਾਂ ਦੇ ਹਿੱਤ ਜਿਹੜੇ ਆ ਉਹ ਸਾਧੇ ਜਾ ਸਕਦੇ ਨੇ। ਬਹੁਤ ਸਾਰੀਆਂ ਅਜਿਹੀਆਂ ਪਟੀਸ਼ਨ ਸਮੇਂ-ਸਮੇਂ ਤੇ ਪੈਂਦੀਆਂ ਰਹਿੰਦੀਆਂ ਨੇ। ਪੰਜਾਬ ਵਿੱਚ ਬਹੁਤ ਸਾਰੇ ਚੰਗੇ ਵਕੀਲ ਨੇ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਜੀ। ਇਹ ਜਿਹੜਾ ਮਾਮਲਾ ਮੌਜੂਦਾ ਤੁਸੀਂ ਟੱਚ ਕੀਤਾ, ਜਿਸ ਸਬਜੈਕਟ ਦੀ, ਜਿਸ ਵਿਸ਼ੇ ਦੀ ਤੁਸੀਂ ਗੱਲ ਕਰ ਰਹੇ ਆ, ਮਾਨਯੋਗ ਇਲਾਹਾਬਾਦ ਹਾਈ ਕੋਰਟ ਜਿਹੜੀ ਕਿ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਹਾਈ ਕੋਰਟਸ ਦੇ ਵਿੱਚ ਆ, ਬੰਬੇ ਹਾਈ ਕੋਰਟ ਤੇ ਇਲਾਹਾਬਾਦ ਹਾਈ ਕੋਰਟ, ਉਹਦੀ ਲਖਨਊ ਬੈਂਚ ਨਾਲ ਜੁੜਿਆ ਹੋਇਆ ਰਜਨੀਸ਼ ਸਿੰਘ ਨੇ, ਜਿਹੜੇ ਕਿ ਭਾਜਪਾ ਦੇ ਅਯੁੱਧਿਆ ਇਕਾਈ ਦੇ ਪ੍ਰਧਾਨ ਨੇ, ਮੀਡੀਆ ਸਲਾਹਕਾਰ ਨੇ ਸ਼ਾਇਦ, ਉਹਨਾਂ ਨੇ ਇੱਕ ਪਟੀਸ਼ਨ ਪਾਈ। ਉਹਨਾਂ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਤਾਜ ਮਹਿਲ ਜਿਹੜਾ ਆ ਉਹ ਕਿਸੇ ਸਮੇਂ ਦਾ ਇੱਕ ਮੰਦਿਰ ਹੈ ਤੇ ਇਹਦੀ ਜਿਹੜੀ ਜਾਂਚ ਆ ਉਹ ਹੋਣੀ ਚਾਹੀਦੀ ਆ ਤੇ ਇਹਦੇ ਜਿਹੜੇ ਤਹਿਖਾਨਿਆਂ ਦੇ ਵਿੱਚ 22 ਕਮਰੇ ਬਣੇ ਹੋਏ ਨੇ ਉਹ ਬੰਦ ਨੇ, ਔਰ ਕਿਸੇ ਨੂੰ ਦੇਖਣ ਦੀ ਇਜਾਜ਼ਤ ਨਹੀਂ, ਉਹ ਖੋਲ੍ਹ ਕੇ ਸਾਨੂੰ ਦਿਖਾਏ ਜਾਣ। ਸਾਨੂੰ ਲੱਗਦਾ ਹੈ ਕਿ ਥੱਲੇ ਕੋਈ ਮੰਦਿਰ ਹੈ। ਤੇ ਮਾਨਯੋਗ ਜਸਟਿਸ ਡੀ.ਕੇ. ਉਪਾਧਿਆਏ ਤੇ ਜਸਟਿਸ ਸੁਭਾਸ਼ ਵਿਦਿਆਰਥੀ ਨੇ ਜਿਹੜਾ ਉਹਦਾ ਫੈਸਲਾ ਕੀਤਾ, ਉਹਨਾਂ ਨੇ ਵਾਕਿਆ ਹੀ ਉਹਦੀ ਝਾੜ ਕੀਤੀ ਆ, ਜਿਹਨੂੰ ਲਾਪਾ ਕਹਿੰਦੇ ਆ ਤੁਸੀਂ, ਜਾਂ ਉਹਨਾਂ ਨੂੰ ਖਰੀਆਂ ਸੁਣਾਈਆਂ ਤੁਸੀਂ ਕਹਿ ਸਕਦੇ ਆ। ਜੱਜ ਸਾਹਿਬ ਨੇ ਕਿਹਾ ਕਿ ਜੇਕਰ ਤੁਸੀਂ ਇਹ ਜਾਣਕਾਰੀ ਲੈਣੀ ਚਾਹੁੰਦੇ ਹੋ ਕਿ ਤਾਜ ਮਹਿਲ ਇੱਕ ਮੋਨੂਮੈਂਟ ਆ, ਇੱਕ ਮਸਜਿਦ ਹੈ, ਇੱਕ ਕਬਰ ਹੈ ਜਾਂ ਇੱਕ ਮੰਦਿਰ ਹੈ, ਤਾਂ ਤੁਸੀਂ ਕਿਸੇ ਯੂਨੀਵਰਸਿਟੀ 'ਚ ਜਾ ਕੇ ਪੜ੍ਹਾਈ ਕਰੋ, ਇਹਦੀ ਉੱਥੇ ਜਾ ਕੇ ਇਹਦੀ ਜਾਂਚ ਕਰੋ, PhD ਕਰੋ। ਜੇਕਰ ਤੁਹਾਨੂੰ ਕੋਈ ਪੜ੍ਹਨ ਤੋਂ ਰੋਕਦਾ ਫਿਰ ਸਾਨੂੰ ਦੱਸਿਓ, ਫਿਰ ਤੁਸੀਂ ਪਟੀਸ਼ਨ ਪਾਇਓ। ਫਿਰ ਮਾਨਯੋਗ ਜੱਜ ਸਾਹਿਬ ਨੂੰ ਇਹ ਕਹਿਣਾ ਪਿਆ ਕਿ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਉਣ ਵੇਲੇ ਇਹ ਗੱਲ ਧਿਆਨ ਰੱਖੋ ਕਿ ਕੀ ਲੋਕਾਂ ਦੇ ਹਿੱਤ ਉਸ ਗੱਲ ਨਾਲ ਜੁੜੇ ਹੋਏ ਨੇ ਜਾਂ ਲੋਕਾਂ ਨੂੰ ਕੋਈ ਇਸ ਗੱਲ ਦਾ ਫਰਕ ਪੈਂਦਾ ਹੈ ਕਿ ਨਹੀਂ ਪੈਂਦਾ। ਹੁਣ ਬਹੁਤ ਸਾਰੇ ਦਰਸ਼ਕ ਜਾਂ ਜਿਹੜੇ ਉਸ ਉਨਮਾਦ ਨਾਲ ਜੁੜੇ ਹੋਏ ਲੋਕ ਨੇ ਉਹ ਇਹ ਕਹਿਣਗੇ ਕਿ ਸਾਡੀਆਂ ਤੇ ਭਾਈ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ। ਜਦੋਂ ਅਸੀਂ ਸਵਲੀਨ ਤਾਜ ਮਹਿਲ ਦੀ ਗੱਲ ਕਰਦੇ ਹਾਂ ਤੇ ਸਾਡੇ ਸਾਹਮਣੇ ਇੱਕ ਬਹੁਤ ਹੀ ਖੂਬਸੂਰਤ ਇਮਾਰਤ ਸਾਡੇ ਸਾਹਮਣੇ ਆਉਂਦੀ ਹੈ, ਜਿਹੜੀ ਇੱਕ ਚਬੂਤਰੇ ਤੇ ਬਣੀ ਹੋਈ ਬਿਲਡਿੰਗ ਆ, ਚਾਰੇ ਪਾਸੇ ਉਹਦੇ ਇੱਕ ਖੰਭੇ ਬਣੇ ਹੋਏ ਨੇ ਤੇ ਸੈਂਟਰ ਦੇ ਵਿੱਚ ਇੱਕ ਟੌਂਬ ਆ। ਜਦੋਂ ਉਹਦੇ ਅੰਦਰ ਜਾਂਦੇ ਆ ਤੇ ਐਸੀ ਉਹਦੀ ਆਭਾ ਆ, ਇੰਨੀ ਉਹ ਖੂਬਸੂਰਤ ਆ, 16ਵੀਂ ਸਦੀ ਦੀ ਬਣੀ, 17ਵੀਂ ਸਦੀ ਦੀ ਬਣੀ ਹੋਈ ਆ। ਉਹ ਕਿਹਾ ਜਾਂਦਾ ਕਿ ਉਹ ਸ਼ਾਹਜਹਾਨ ਨੇ ਬਣਾਈ ਸੀ, ਆਪਣੀ ਬੇਗਮ ਦੀ ਯਾਦ 'ਚ ਬਣਾਈ। ਅੰਦਰ ਦੋਨੇ ਕਬਰਾਂ ਨੇ, ਜੋ ਵੀ ਉਹ ਹੈ ਉਹ ਇੱਕ ਖੂਬਸੂਰਤੀ ਦਾ ਤੇ ਇਮਾਰਤ ਸਾਜ਼ੀ ਦਾ ਇੱਕ ਕਮਾਲ ਆ। ਉਹਨੂੰ ਬਣਾਉਣ ਨੂੰ ਕਹਿੰਦੇ 10 ਤੋਂ ਵੀ ਜ਼ਿਆਦਾ ਸਾਲ ਲੱਗੇ। 20 ਤੋਂ 22 ਹਜ਼ਾਰ ਲੋਕਾਂ ਨੇ ਉਹਨੂੰ ਮਿਹਨਤ ਨਾਲ ਬਣਾਇਆ। 1000 ਤੋਂ ਜ਼ਿਆਦਾ ਤਾਂ ਕਹਿੰਦੇ ਹੱਥ ਹੀ ਲੱਗੇ ਹੋਏ ਸੀ ਉਹਨੂੰ ਬਣਾਉਣ ਲਈ। ਜਮਨਾ ਦੇ ਬਿਲਕੁਲ ਕੰਢੇ ਤੇ ਆ, ਬਹੁਤ ਖੂਬਸੂਰਤ ਉਹਦੀ ਨਕਾਸ਼ੀ ਹੋਈ ਆ। ਕਈ ਤਰ੍ਹਾਂ ਦੇ ਉਹਦੇ 'ਚ ਪੱਥਰ ਵਰਤੇ ਹੋਏ ਨੇ, ਸਟੋਨਸ, ਸੈਮੀ ਪ੍ਰੀਸ਼ੀਅਸ ਤੇ ਜਿਹੜੇ ਅਸਲੀ ਸਟੋਨਸ ਨੇ ਉਹ ਵੀ ਉਹਦੇ 'ਚ ਵਰਤੇ ਹੋਏ ਨੇ। ਮੁਸਲਿਮ ਧਰਮ ਦੀਆਂ ਆਇਤਾਂ ਬਹੁਤ ਖੂਬਸੂਰਤੀ ਨਾਲ ਉਹਦੇ 'ਚ ਨਕਾਸ਼ੀਆਂ ਹੋਈਆਂ ਨੇ। ਉਹਦੇ ਆਲੇ ਦੁਆਲੇ ਬਾਗ ਲੱਗੇ ਹੋਏ ਨੇ ਤੇ ਕਿਆ ਹੀ ਉਹ ਖੂਬਸੂਰਤ ਚੀਜ਼ ਹੈ। ਸ਼ਾਇਦ ਹੀ ਕੋਈ ਦੁਨੀਆ ਦਾ ਬੰਦਾ ਹੋਵੇ ਜਿਹਨੇ ਉਹਨੂੰ ਦੇਖਣ ਦੀ ਹਸਰਤ ਨਾ ਪਾਲੀ ਹੋਵੇ। ਉਹਦੇ ਬਾਰੇ ਮੈਨੂੰ ਇੱਕ ਬਹੁਤ ਖੂਬਸੂਰਤ ਗੱਲ ਯਾਦ ਆਉਂਦੀ ਆ, ਸਮੇਂ ਦਾ ਮੈਨੂੰ ਯਾਦ ਭੁੱਲ ਗਿਆ। ਬਿਲ ਕਲਿੰਟਨ ਅਮਰੀਕਾ ਦੇ ਰਾਸ਼ਟਰਪਤੀ ਹੁੰਦੇ ਸੀ ਸਵਲੀਨ। ਉਹ ਹਿੰਦੁਸਤਾਨ ਆਏ ਤੇ ਉਹਨਾਂ ਨੇ ਤਾਜ ਮਹਿਲ ਵਿਜ਼ਿਟ ਕੀਤਾ ਤੇ ਅਗਲੇ ਦਿਨ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਨਾ, ਉਹ ਬਹੁਤ ਕਮਾਲ ਸੀ। ਉਹ ਕਹਿੰਦੇ ਦੁਨੀਆ ਦੇ ਵਿੱਚ 2 ਤਰ੍ਹਾਂ ਦੇ ਲੋਕ ਨੇ, ਇੱਕ ਉਹ ਜਿਨ੍ਹਾਂ ਨੇ ਤਾਜ ਮਹਿਲ ਦੇਖਿਆ ਤੇ ਇੱਕ ਉਹ ਜਿਨ੍ਹਾਂ ਨੇ ਤਾਜ ਮਹਿਲ ਨਹੀਂ ਦੇਖਿਆ। ਸੋ ਏਡੀ ਕਮਾਲ ਦੀ ਉਹ ਬਿਲਡਿੰਗ ਹੈ, ਇੰਨੀ ਸੋਹਣੀ ਉਹ ਬਣੀ ਹੋਈ ਹੈ। 16ਵੀਂ ਸਦੀ ਦੀ ਜੇ ਗੱਲ ਕਰੀਏ, 17ਵੀਂ, 18ਵੀਂ, 19ਵੀਂ, 20ਵੀਂ, 21ਵੀਂ ਸਦੀ 'ਚ ਅਸੀਂ ਆ ਗਏ। 400-500 ਸਾਲ ਪੁਰਾਣੀ ਉਹ ਬਿਲਡਿੰਗ ਆ। ਕਿਆ ਉਹਦੀ ਖੂਬਸੂਰਤੀ ਆ। ਤੇ ਉਹਨੂੰ ਉਹ ਤੋਂ ਬਾਅਦ ਉਹਦੇ ਤੇ ਕਈ ਵਾਰ ਜਿਹੜੀਆਂ ਵਿਪਤਾਵਾਂ ਵੀ ਪਈਆਂ। ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਵੀ ਉਹਨੂੰ ਢਕਿਆ ਗਿਆ ਕਿ ਜਾਪਾਨ ਦੀ ਏਅਰਫੋਰਸ ਉਹਦੇ ਤੇ ਕੋਈ ਹਮਲਾ ਨਾ ਕਰ ਦੇਵੇ। ਫਿਰ 65 ਤੇ 71 ਦੀ ਜੰਗ ਦੇ ਦੌਰਾਨ ਵੀ ਉਹਦੇ ਤੇ ਕਾਲਕ ਮਲੀ ਗਈ ਕਿ ਰਾਤ ਨੂੰ ਉਹ ਏਅਰਫੋਰਸ ਦੇ ਜਹਾਜ਼ਾਂ ਨੂੰ ਦਿਖੇ ਨਾ ਤੇ ਉਹਦਾ ਕੋਈ ਨੁਕਸਾਨ ਨਾ ਹੋ ਜਾਏ। ਮਥੁਰਾ ਰਿਫਾਈਨਰੀ ਜਦੋਂ ਲੱਗੀ ਉਦੋਂ ਵੀ ਲੱਗਿਆ ਕਿ ਇਹਦੇ ਤੇ ਇਸ ਜਿਹੜੀ ਉਹਦਾ ਰਿਫਾਈਨਰੀ ਦਾ ਪ੍ਰਦੂਸ਼ਣ ਆ ਉਹਦਾ ਇਹਦੀ ਆਭਾ ਦੇ ਉੱਤੇ, ਇਸ ਪੱਥਰ ਦੇ ਰੰਗ ਦੇ ਉੱਤੇ ਕੋਈ ਅਸਰ ਨਾ ਆਵੇ। ਨਾਲ ਦੀ ਨਾਲ ਜਮਨਾ ਦਾ ਕੰਢਾ ਹੋਣ ਕਰਕੇ ਉਹਦੇ ਕਿਤੇ ਨਾ ਕਿਤੇ ਥੋੜ੍ਹੇ ਬਹੁਤੇ ਡਿਸਬੈਲੈਂਸ ਹੋਣ ਦੀ ਗੱਲ ਵੀ ਰਹਿੰਦੀ ਆ, ਪਰ ਉਹ ਬਹੁਤ ਖੂਬਸੂਰਤ ਬਣੀ ਹੋਈ ਆ, ਬਹੁਤ ਵਧੀਆ ਤਰੀਕੇ ਨਾਲ ਉਹ ਜਿਹੜੀ ਬਣੀ ਹੋਈ ਆ। ਤੇ ਇਹ ਵੀ ਕਿਹਾ ਜਾਂਦਾ ਕਿ ਉਹਦੇ ਸਾਹਮਣੇ ਉਹਦੇ ਸਾਈਮਨਟੇਨੀਅਸਲੀ ਇੱਕ ਕਾਲਾ ਤਾਜ ਮਹਿਲ ਬਣਾਉਣ ਦੀ ਵੀ ਉਹ ਸੀਗੀ। ਜਦੋਂ ਉਹਦੀ ਗੱਲ ਕਰਦੇ ਆ ਤੇ 60 ਲੱਖ ਦੇ ਕਰੀਬ ਲੋਕ ਉਹਨੂੰ ਹਰ ਸਾਲ ਦੇਖਣ ਆਉਂਦੇ ਨੇ। ਤੇ ਸਵਲੀਨ ਉਹਦੀ ਖੂਬਸੂਰਤੀ ਇਸ ਗੱਲ ਦੇ ਵਿੱਚ ਵੀ ਆ, ਮੈਂ ਆਪ ਜਦੋਂ ਵੀ ਕਿਤੇ ਮੌਕਾ ਲੱਗਿਆ ਕਈ ਵਾਰ ਜਾ ਕੇ ਦੇਖ ਆਏ ਆ। ਜਦੋਂ ਤੁਸੀਂ ਸਵੇਰੇ ਜਾਂਦੇ ਆ ਤੇ ਉਹਦਾ ਰੰਗ ਕੁਝ ਹੋਰ ਹੁੰਦਾ, ਚੜ੍ਹੇ ਸੂਰਜ ਬਿਲਕੁਲ ਦਿਨ ਚੜ੍ਹੇ ਦੇ ਵਿੱਚ ਉਹਦਾ ਰੰਗ ਹੋਰ ਹੁੰਦਾ, ਸ਼ਾਮ ਨੂੰ ਉਹ ਰੰਗ ਜਿਹੜਾ ਆ ਕੁਝ ਵੱਖਰਾ ਨਜ਼ਰ ਆਉਂਦਾ।
ਤੇ ਜੇਕਰ ਤੁਸੀਂ ਚਾਂਦਨੀ ਰਾਤ ਨੂੰ ਦੇਖੋ ਤੇ ਉਹ ਕਿਸੇ ਹੋਰ ਰੰਗ 'ਚ ਨਜ਼ਰ ਆਉਂਦੀ ਹੈ। ਗੱਲ ਇਹ ਹੈ ਕਿ ਤਾਜ ਮਹਿਲ ਖੂਬਸੂਰਤ ਆ ਤੇ ਦੁਨੀਆ ਦੀਆਂ ਉਹ 7 ਵੰਡਰਸ ਦੇ ਵਿੱਚ ਵੀ ਕਈ ਵਾਰ ਸ਼ਾਮਲ ਹੁੰਦੀ ਰਹੀ ਆ ਤੇ ਸਭ ਤੋਂ ਵੱਧ ਜਿਹਨਾਂ ਬਿਲਡਿੰਗਸ ਦੀ ਫੋਟੋ ਖਿੱਚੀ ਜਾਂਦੀ ਆ ਉਹਨਾਂ ਦੇ ਵਿੱਚ ਵੀ ਉਹ ਕਈ ਸਾਲ ਸ਼ੁਮਾਰ ਰਹੀ ਆ। ਸੋ ਇਹ ਜਿਹੜੇ ਲੋਕ ਇਹੋ ਜਿਹੀਆਂ ਪਟੀਸ਼ਨਸ ਪਾ ਰਹੇ ਨੇ, ਉਹਨਾਂ ਦਾ ਮਸਲਾ ਕਿਤੇ ਵੀ ਤਾਜ ਮਹਿਲ ਨੂੰ ਤਜੋ ਮਹਿਲ ਬਣਾਉਣ ਦਾ ਨਹੀਂ ਹੈਗਾ। ਉਹ ਇਹਨੂੰ ਨਾ ਤੇ ਮੰਦਿਰ ਦੇ ਰੂਪ 'ਚ ਦੇਖਣਾ ਚਾਹੁੰਦੇ ਨੇ, ਨਾ ਮਸਜਿਦ ਦੇ ਰੂਪ 'ਚ ਦੇਖਣਾ ਚਾਹੁੰਦੇ ਨੇ। ਉਹ ਤੇ ਭਾਰਤ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਖਾਕਾ ਸਿਰਜਣਾ ਚਾਹੁੰਦੇ ਨੇ। ਇੱਕ ਭਾਰਤ ਨੂੰ ਇੱਕ ਖਾਸ ਤਰ੍ਹਾਂ ਦੇ ਬਦਲਾਅ 'ਚ ਲੈ ਕੇ ਜਾਣਾ ਚਾਹੁੰਦੇ ਨੇ, ਜਿਹਨੂੰ ਉਹ ਹਿੰਦੂ ਰਾਸ਼ਟਰ ਕਹਿੰਦੇ ਨੇ। ਇਸੇ ਕਰਕੇ ਜਿਹੜੀ ਮੌਜੂਦਾ ਸਾਡੀ ਸੱਤਾ ਧਿਰ ਆ, ਉਹਦਾ ਜ਼ੋਰ ਲੱਗਿਆ ਹੋਇਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਨ ਦੇ ਉੱਤੇ। ਆਰਕੀਓਲੋਜੀਕਲ ਸਰਵੇ ਆਫ ਇੰਡੀਆ, ਜਿਹਨੂੰ ਅਸੀਂ ASI ਕਹਿੰਦੇ ਆ, ਉਹਨੇ ਇਹਨੂੰ 1983 ਦੇ ਵਿੱਚ ਯੂਨੈਸਕੋ ਦੀ ਵਰਲਡ ਹੈਰੀਟੇਜ ਦੇ ਵਿੱਚ ਸ਼ਾਮਲ ਕਰਵਾ ਦਿੱਤਾ ਸੀ। ਸੋ ਹੁਣ ਜਿਹੜੀ ਇਲਾਹਾਬਾਦ ਹਾਈ ਕੋਰਟ ਨੇ ਫੈਸਲਾ ਦਿੱਤਾ, ਉਹਦੇ ਨਾਲ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਭਾਰਤ ਦੀ ਖੂਬਸੂਰਤੀ ਇਹਦੀ ਗੰਗਾ ਤੇ ਜਮਨਾ ਦੀ ਤਹਿਜ਼ੀਬ ਦੇ ਵਿੱਚ ਆ। ਇੱਥੇ ਹਿੰਦੂ ਹੋਣਾ ਤੇ ਮੁਸਲਮਾਨ ਹੋਣਾ ਕਦੇ ਵੀ ਦੋ ਚੀਜ਼ਾਂ ਨਹੀਂ ਰਹੀਆਂ। ਇੱਥੇ ਬਹੁਤ ਸਾਰੇ ਲੋਕ, ਬਹੁਤ ਸਾਰੇ ਧਰਮ, ਬਹੁਤ ਸਾਰੀਆਂ ਭਾਸ਼ਾਵਾਂ, ਬਹੁਤ ਸਾਰੇ ਕਲਚਰ ਸਾਂਝੇ ਹੋ ਕੇ ਰਹਿੰਦੇ ਨੇ। ਇਸੇ ਕਰਕੇ ਅਸੀਂ ਯੂਨੀਵਰਸਿਟੀ ਇਨ ਡਾਈਵਰਸਿਟੀ, ਅਨੇਕਤਾ ਵਿੱਚ ਹੀ ਏਕਤਾ ਦੀ ਗੱਲ ਕਰਦੇ ਹਾਂ। ਜੇ ਅਸੀਂ ਮੁਲਕ ਦੀ ਗੱਲ ਕਰੀਏ ਸਵਲੀਨ, ਜਿੱਦਾਂ ਅਸੀਂ ਹੁਣੇ ਪੰਜਾਬ ਦੀ ਗੱਲ ਕਰਦੇ ਹਟੇ ਹਾਂ, ਹਜ਼ਾਰਾਂ ਸਮੱਸਿਆਵਾਂ ਨੇ ਇੱਥੇ। ਅਦਾਲਤਾਂ ਦੇ ਕੋਲ ਅਸੀਂ ਬੀਤੇ ਦਿਨੀ ਇੱਕ ਅਖਬਾਰ ਦਾ ਸਰਵੇ ਦੇਖਦੇ ਸੀ ਕਿ 70-75 ਹਜ਼ਾਰ ਕੇਸ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਨੇ। ਤੇ ਬਚਾਅ ਕਰਨਾ ਚਾਹੀਦਾ ਆ, ਥੋੜ੍ਹੀ ਜਿਹੀ ਸਮਝ ਤੋਂ ਕੰਮ ਲੈਣਾ ਚਾਹੀਦਾ। ਇਹੋ ਜਿਹੀਆਂ ਬੇਲੋੜੀਆਂ ਗੱਲਾਂ ਦੇ ਉੱਤੇ ਤੁਸੀਂ ਅਦਾਲਤ ਦਾ ਸਮਾਂ ਖਰਾਬ ਕਰਦੇ ਆ, ਆਪਣਾ ਵੀ ਸਮਾਂ ਖਰਾਬ ਕਰਦੇ ਆ, ਤੇ ਫਿਰ ਸਾਨੂੰ ਵੀ ਇਹ ਜਿਹੜੀ ਆ ਕਿੱਸਾ ਗੋਈ ਕਰਨੀ ਪੈਂਦੀ। ਜੀ ਬਿਲਕੁਲ, ਪ੍ਰੋਗਰਾਮ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਇੱਕ ਛੋਟੇ ਜਿਹੇ ਵਕਫੇ ਦਾ ਆ। ਬਹੁਤ ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਤੁਸੀਂ ਕਰ ਰਹੇ ਸੀ ਤਾਜ ਮਹਿਲ ਦੀ, ਪਰ ਬਨਾਰਸ ਦੇ ਵਿੱਚ ਇੱਕ ਮਸਜਿਦ ਦਾ ਵੀ ਰੌਲਾ ਪਿਆ ਹੋਇਆ, ਉਹ ਵੀ ਦਰਸ਼ਕਾਂ ਨੂੰ ਦੱਸ ਦਈਏ ਜੀ। ਬਿਲਕੁਲ ਸਵਲੀਨ, ਜਦੋਂ ਅਸੀਂ ਗੱਲ ਬਨਾਰਸ ਦੀ ਕਰਦੇ ਹਾਂ ਤੇ ਕਾਸ਼ੀ ਵਿਸ਼ਵਨਾਥ ਸ਼ਿਵ ਭਗਵਾਨ ਦਾ ਇੱਕ ਮੰਦਿਰ ਸਾਡੇ ਸਾਹਮਣੇ ਆਉਂਦਾ। ਜਦੋਂ ਅਸੀਂ ਅਯੁੱਧਿਆ ਦੀ ਗੱਲ ਕਰਦੇ ਹਾਂ ਤੇ ਰਾਮਾਇਣ ਤੇ ਰਾਮ ਭਗਵਾਨ ਨਾਲ ਜੁੜੀਆਂ ਹੋਈਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ। ਮਥੁਰਾ ਦੀ ਗੱਲ ਕਰਦੇ ਹਾਂ ਤੇ ਭਗਵਾਨ ਕ੍ਰਿਸ਼ਨ ਦੀ ਗੱਲ ਆਉਂਦੀ ਆ। ਤੇ ਫਿਰ ਜਦੋਂ ਅਸੀਂ ਯੋਗੀ ਆਦਿੱਤਿਆਨਾਥ ਦੀ ਗੱਲ ਕਰਦੇ ਹਾਂ, ਉਹ ਕਹਿੰਦੇ ਨੇ ਕਿ ਇੱਕ ਅਜਿਹਾ ਕੋਰੀਡੋਰ ਬਣਾਉਣਾ ਹੈ ਜਿਹਦੇ ਨਾਲ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਟੂਰਿਜ਼ਮ ਜਿਹੜਾ ਡਿਵੈਲਪ ਹੋਵੇ ਤੇ ਉੱਤਰ ਪ੍ਰਦੇਸ਼ ਦੀ ਜਿਹੜੀ ਆਬਾ ਆ ਉਹ ਵਧੇ, ਲੋਕਾਂ ਨੂੰ ਰੁਜ਼ਗਾਰ ਮਿਲੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੀਆਂ ਗੱਲਾਂ ਕਰਦੇ ਉਹ ਨਜ਼ਰ ਆਉਂਦੇ ਨੇ ਜੀ। ਇਸੇ ਕੜੀ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਕੋਈ 100 ਸਾਲ ਤੋਂ ਵੀ ਜ਼ਿਆਦਾ ਸਮਾਂ ਲੱਗ ਗਿਆ ਅਯੁੱਧਿਆ ਨੂੰ ਲੈ ਕੇ। ਜਿਹੜਾ ਮਸਲਾ ਸੀ ਉਹ ਕੋਰਟ ਦੇ ਵਿੱਚ, ਲੋਕਲ ਕੋਰਟ, ਸੈਸ਼ਨ ਕੋਰਟ, ਹਾਈ ਕੋਰਟ, ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਵੀ ਜਾ ਕੇ ਜਿਸ ਤਰੀਕੇ ਦੇ ਨਾਲ ਮੌਜੂਦਾ ਸੱਤਾ ਧਿਰ ਨੇ ਉਸ ਮਸਲੇ ਨੂੰ ਮੁਕਾਇਆ, ਉਹਨੂੰ ਹੁਣ ਤੁਸੀਂ ਕਾਬਲੇ ਤਾਰੀਫ ਹੀ ਕਹਿ ਲਓ ਤੇ ਚੰਗਾ, ਕਿਉਂਕਿ ਗੱਲ ਅੰਤ ਨੂੰ ਮੁੱਕ ਤੇ ਗਈ। ਦੋਨੋਂ ਧਿਰਾਂ, ਚਾਹੇ ਉਹ ਹਿੰਦੂ ਧਿਰ ਦੀ ਗੱਲ ਸੀ ਤੇ ਚਾਹੇ ਉਹ ਮੁਸਲਮਾਨ ਧਿਰ ਸੀ, ਦੋਨੋਂ ਧਿਰਾਂ ਇਸ ਗੱਲ ਦੇ ਉੱਤੇ ਰਾਜੀ ਹੋ ਗਈਆਂ ਕਿ ਫੈਸਲਾ ਅੰਤ ਨੂੰ ਹੋ ਗਿਆ। ਪਰ ਇੱਕ ਖਾਸ ਤਰ੍ਹਾਂ ਦੀ ਬਣਤਰ ਜਿਹੜੀ ਆ, ਬੁਣਤਰ ਜਿਹੜੀ ਆ, ਛੜਯੰਤਰ ਜਿਹੜੇ ਆ ਉਹ ਘੜੇ ਜਾਣ ਲੱਗ ਗਏ। ਇੱਕ ਖਾਸ ਤਰ੍ਹਾਂ ਦੇ ਨਾਅਰੇ ਲਾਏ ਜਾਣ ਲੱਗ ਗਏ ਕਿ ਅਯੁੱਧਿਆ ਕੇ ਬਾਅਦ ਅਬ ਬਨਾਰਸ ਕੀ ਬਾਰੀ ਹੈ, ਅਬ ਮਥੁਰਾ ਕੀ ਬਾਰੀ ਹੈ। ਕਿਉਂਕਿ ਅਸੀਂ ਜਾਣਦੇ ਹਾਂ ਕਿ ਇਹਨਾਂ ਤਿੰਨਾਂ ਹੀ ਧਾਰਮਿਕ ਸਥਾਨਾਂ ਦੇ ਉੱਤੇ, ਚਾਹੇ ਉਹ ਅਯੁੱਧਿਆ ਜੀ ਆ, ਚਾਹੇ ਉਹ ਮਥੁਰਾ ਵਰਿੰਦਾਵਨ ਹੈ ਤੇ ਚਾਹੇ ਉਹ ਬਨਾਰਸ ਹੈ, ਤਿੰਨਾਂ ਹੀ ਧਾਰਮਿਕ ਸਥਾਨਾਂ ਦੇ ਨਾਲ ਦੀ ਨਾਲ ਜਿਹੜੀਆਂ ਉਹ ਮਸਜਿਦ ਬਣੀਆਂ ਹੋਈਆਂ ਨੇ। ਇਸ ਗੱਲ ਤੋਂ ਬਿਲਕੁਲ ਇਨਕਾਰ ਨਹੀਂ ਆ ਕਿ ਉਹ ਕਿਸੇ ਦਵੈਸ਼ ਭਾਵਨਾ ਨਾਲ ਹੀ ਮੁਗਲ ਸਮੇਂ ਦੇ ਦੌਰਾਨ ਬਣੀਆਂ ਹੋਈਆਂ ਨੇ। ਪਰ ਗੱਲ ਇਹ ਵੀ ਆ ਕਿ ਕੀ ਹੁਣ ਅਸੀਂ ਉਹਨਾਂ ਚੀਜ਼ਾਂ ਨੂੰ, ਉਹਨਾਂ ਦੱਬੇ ਮੁੱਦਿਆਂ ਨੂੰ 400-400 ਸਾਲ ਬਾਅਦ, 500-500 ਸਾਲ ਬਾਅਦ ਜਾਂ 300-300 ਸਾਲ ਬਾਅਦ ਉਠਾ ਕੇ ਸਿੱਧ ਕੀ ਕਰਨਾ ਚਾਹੁੰਦੇ ਹਾਂ। ਜਦੋਂ ਅਸੀਂ ਇਸ ਮੁਲਕ ਦੇ ਵਿੱਚ ਰਹਿੰਦੇ ਹਾਂ ਤੇ ਸਾਡੇ ਲਈ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਤੇ ਜੋ ਹੋਇਆ ਹੈ ਕਿ ਅਸੀਂ ਉਹਨੂੰ ਦੁਬਾਰਾ ਰਿਵਾਈਂਡ ਕਰਕੇ ਤੇ ਇੱਕ ਖਾਸ ਤਰ੍ਹਾਂ ਦੇ ਫਿਰਕੇ ਨੂੰ ਦੂਜੇ ਫਿਰਕੇ ਨਾਲ ਲੜਾ ਕੇ ਸਿਰਫ ਵੋਟਾਂ ਦੀ ਰਾਜਨੀਤੀ ਕਰਨ ਲਈ ਇਹ ਕੁਝ ਕਰ ਰਹੇ ਹਾਂ, ਜਾਂ ਫਿਰ ਵਾਕਿਆ ਹੀ ਸਾਡਾ ਧਰਮ ਲਈ ਜਿਹੜਾ ਆ ਅਕੀਦਾ ਸਾਡਾ ਇੰਨਾ ਪੱਕਾ ਹੋ ਗਿਆ ਕਿ ਅਸੀਂ ਉਹ ਜਿਹੜੀਆਂ 300 ਸਾਲ ਪੁਰਾਣੀਆਂ ਘਟਨਾਵਾਂ ਆ ਉਹਨਾਂ ਨੂੰ ਬਦਲਣਾ ਚਾਹੁੰਦੇ ਹਾਂ। ਜੇਕਰ ਇੱਦਾਂ ਆ ਤਾਂ ਫਿਰ ਕੀ ਅਸੀਂ ਆਪਣੇ ਜਿੰਨੇ ਪੁਰਾਣੇ ਮੰਦਿਰ ਨੇ ਉਹਨਾਂ ਸਾਰਿਆਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਚੰਗੀ ਤਰ੍ਹਾਂ ਕਰ ਲਈ ਆ,
ਚਾਹੇ ਉਹ ਮਥੁਰਾ ਜੀ ਹੋਵੇ, ਚਾਹੇ ਉਹ ਬਨਾਰਸ ਹੋਵੇ ਤੇ ਚਾਹੇ ਅਯੁੱਧਿਆ ਜੀ ਹੋਵੇ, ਕੀ ਉੱਥੇ ਇੱਕ ਮੰਦਿਰ ਨੂੰ ਛੱਡ ਕੇ ਬਾਕੀ ਸਾਰਾ ਕੁਝ ਠੀਕ ਚੱਲ ਰਿਹਾ? ਪਰ ਨਹੀਂ, ਜਿਹੜੀ ਸਿਆਸਤ ਆ ਉਹ ਧਰਮ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਦੇਖਦੀ ਆ ਤੇ ਉਸੇ ਨਜ਼ਰੀਏ ਤੋਂ ਜਿਹੜੀ ਆ ਉਹਨੂੰ ਉਹ ਵਰਤਦੀ ਆ। ਗੱਲ ਇਹ ਆ ਕਿ ਸਾਨੂੰ ਲੋਕਾਂ ਨੂੰ ਉਹ ਚੀਜ਼ਾਂ ਜਿਹੜੀਆਂ ਸਮਝ ਨਹੀਂ ਆਉਂਦੀਆਂ ਤੇ ਜਾਂ ਫਿਰ ਸਿਆਸਤ ਦੇ ਵਿੱਚ ਅੰਨੇ ਹੋਏ ਜਿਹੜੇ ਲੋਕ ਨੇ ਉਹ ਸਾਨੂੰ ਸਮਝ ਆਉਣ ਨਹੀਂ ਦੇਣਾ ਚਾਹੁੰਦੇ। ਬਿਲਕੁਲ ਇਸੇ ਤਰੀਕੇ ਨਾਲ ਜੁੜੀ ਹੋਈ ਘਟਨਾ ਬਨਾਰਸ ਦੀ ਇੱਕ ਲੋਕਲ ਕੋਰਟ ਨੇ ਕਿਹਾ ਕਿ ਉੱਥੇ ਜਿਹੜੀ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਨਾਲ ਜੁੜੀ ਹੋਈ ਗਿਆਨਵਾਪੀ ਮਸਜਿਦ ਹੈ ਉਹਦਾ ਸਰਵੇਖਣ ਕਰਾਓ ਤੇ ਦੇਖੋ ਕਿ ਕੀ ਉਹਦੇ ਅੰਦਰ ਵੀ ਕੋਈ ਮੰਦਿਰ ਦੇ ਬਚੇ ਹੋਏ ਰੂਪ ਬਾਕੀ ਨੇ ਕੀ ਜਾਂ ਕੋਈ ਮੂਰਤੀਆਂ ਨੇ ਤੇ ਉੱਥੇ ਪੂਜਾ ਸਥਲ ਬਣੇ। ਅੱਜ ਇਹ ਮੁੱਦਾ ਸ਼ੁਰੂ ਹੋਇਆ, ਉੱਥੇ ਦੋਨੋਂ ਧਿਰਾਂ ਜਿਹੜੀਆਂ ਨੇ ਆਮਣੇ ਸਾਹਮਣੇ ਹੋ ਗਈਆਂ, ਪੁਲਿਸ ਬੁਲਾਉਣੀ ਪਈ, ਨਾਅਰੇਬਾਜ਼ੀ ਹੋਈ, ਕੋਰਟ ਨੇ ਫਿਰ ਕਿਹਾ ਕਿ ਨਹੀਂ ਉਹ ਜਿਹੜਾ ਸਰਵੇਖਣ ਆ ਉਹ ਪੂਰਾ ਕਰਾਓ। ਤੇ ਮੈਨੂੰ ਇਦਾਂ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਮਸਲਾ ਆ ਉਹ ਤੂਲ ਫੜਦਾ ਰਹੇਗਾ। ਜਦੋਂ ਅਸੀਂ ਗਿਆਨਵਾਪੀ ਮਸਜਿਦ ਦੀ ਉਹਦੇ ਇਤਿਹਾਸ ਵੱਲ ਨੂੰ ਜਾਂਦੇ ਹਾਂ ਤੇ ਇਹ ਗੱਲ ਸਾਹਮਣੇ ਆਉਂਦੀ ਆ ਕਿ ਠੀਕ ਆ ਕਦੇ ਉੱਥੇ ਮੰਦਿਰ ਸੀ ਤੇ ਉਹਨੂੰ ਤੋੜਿਆ ਗਿਆ, ਪਰ ਉਹਨੂੰ ਕਿਉਂ ਤੋੜਿਆ ਗਿਆ, ਕਿਹਨੇ ਤੋੜਿਆ, ਕਿਉਂ ਤੜਵਾਇਆ, ਉਹਦੇ ਬਾਰੇ ਬਹੁਤ ਸਾਰੀਆਂ ਕਹਾਣੀਆਂ ਸਾਡੇ ਸਾਹਮਣੇ ਨੇ। ਅਸੀਂ ਉਸ ਪਾਸੇ ਨੂੰ ਨਹੀਂ ਜਾਂਦੇ, ਪਰ ਇੱਕ ਗੱਲ ਪੱਕੀ ਹੈ ਕਿ ਇਹ ਸਾਰਾ ਕੁਝ ਜਿਹੜਾ ਆ ਇਹ ਲੋਕ ਨਹੀਂ ਕਰ ਰਹੇ, ਇਹ ਸਿਆਸਤ ਕਰਵਾ ਰਹੀ ਆ ਤੇ ਸਿਰਫ ਔਰ ਸਿਰਫ ਆਉਣ ਵਾਲੀਆਂ ਚੋਣਾਂ ਚਾਹੇ ਉਹ 24 ਦੀਆਂ ਨੇ ਤੇ ਚਾਹੇ ਉਹ 29 ਦੀਆਂ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਅਦਾਲਤਾਂ ਦੇ ਵਿੱਚ ਵੀ ਕਿਵੇਂ ਸਾਰੇ ਜਿਹੜੇ ਤੱਥ ਨੇ ਉਹ ਪੇਸ਼ ਹੁੰਦੇ ਨੇ ਤੇ ਅਸੀਂ ਹੁਣੇ ਅਯੁੱਧਿਆ ਦੀ ਗੱਲ ਕਰਦੇ ਹਟੇ ਹਾਂ ਕਿ ਬਹੁਤ ਵਾਰ ਜਿਹੜੀਆਂ ਚੀਜ਼ਾਂ ਨੇ ਉਹ ਵੱਖਰੇ ਤਰੀਕੇ ਦੇ ਨਾਲ ਪੇਸ਼ ਕੀਤੀਆਂ ਜਾਂਦੀਆਂ ਨੇ। 17 ਤਰੀਕ ਦਾ ਸਮਾਂ ਦਿੱਤਾ ਹੈ ਕਿ ਗਿਆਨਵਾਪੀ ਦਾ ਜਿਹੜਾ ਸਰਵੇਖਣ ਆ ਉਹ ਪੂਰਾ ਕਰਾਇਆ ਜਾਵੇ। ਦੇਖਦੇ ਹਾਂ 17 ਤਰੀਕ ਤੱਕ ਉਹ ਸਰਵੇਖਣ ਕੀ ਰੰਗ ਲੈ ਕੇ ਆਉਂਦੇ ਨੇ ਤੇ ਕੀ ਅੰਦਰੋਂ ਜਿਹੜੀਆਂ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਦੇ ਨਾਲ ਨਿਕਲਦੇ। ਸ਼ਰਮਾ ਜੀ, ਅਗਲੀ ਗੱਲ ਕਰਦੇ ਹਾਂ ਮਹਿੰਗਾਈ ਦੀ। ਦਿਨ ਬ ਦਿਨ ਮਹਿੰਗਾਈ ਵੱਧ ਰਹੀ ਹੈ ਤੇ ਜਿਹੜੇ ਮੱਧਵਰਤੀ ਪਰਿਵਾਰ ਨੇ, ਆਮ ਬੰਦਾ ਆ, ਉਹਦਾ ਜੀਵਨ ਜਿਹੜਾ ਆ ਉਹ ਦਿਨ ਬ ਦਿਨ ਪ੍ਰਭਾਵਿਤ ਹੁੰਦਾ ਜਾ ਰਿਹਾ। ਹਰ ਚੀਜ਼ ਨੂੰ ਅੱਗ ਲੱਗੀ ਹੋਈ ਹੈ ਤੇ ਅੱਜ ਅਖਬਾਰਾਂ ਤੇ ਸੁਰਖੀ ਲੱਗੀ ਹੋਈ ਹੈ ਕਿ 8 ਸਾਲਾਂ ਦੇ ਵਿੱਚ ਮਹਿੰਗਾਈ ਦਾ ਸਿਖਰ ਹੈ। ਕੀ ਕਹਿੰਦੀ ਹੈ ਜੀ ਖਬਰ? ਬਿਲਕੁਲ ਤੁਹਾਡੀ ਗੱਲ ਠੀਕ ਆ। ਇਹਨੂੰ ਅਸੀਂ ਜੇ ਪਿਛਲੀ ਗੱਲ ਨਾਲ ਜੋੜੀਏ ਤੇ ਇਹ ਉਹ ਗੱਲਾਂ ਨੇ ਜਿਨ੍ਹਾਂ ਤੇ ਸਰਕਾਰ ਦਾ ਧਿਆਨ ਜਾਣਾ ਚਾਹੀਦਾ। ਇਹ ਉਹ ਮੁੱਦੇ ਨੇ ਜਿਨ੍ਹਾਂ ਤੇ ਸਰਕਾਰ ਦਾ ਧਿਆਨ ਹੋਣਾ ਚਾਹੀਦਾ, ਰਾਦਰ ਦੈਨ ਕਿ ਸਰਕਾਰ ਦਾ ਧਿਆਨ ਕਿਸੇ ਮੰਦਿਰ ਨੂੰ ਮਸਜਿਦ 'ਚ ਬਣਾਉਣ ਦਾ ਜਾਂ ਕਿਸੇ ਮਸਜਿਦ ਨੂੰ ਮੰਦਿਰ 'ਚ ਬਣਾਉਣ ਦਾ ਹੋਵੇ, ਜਾਂ ਸਰਕਾਰ ਦਾ ਧਿਆਨ ਸਿਰਫ ਔਰ ਸਿਰਫ ਇੱਕ ਖਾਸ ਫਿਰਕੇ ਦੇ ਲੋਕਾਂ ਨੂੰ ਲੈ ਕੇ ਟਾਰਗੇਟ ਕਰਕੇ ਤੇ ਲੋਕਾਂ ਨੂੰ ਭੜਕਾ ਕੇ ਇਹੋ ਜਿਹੇ ਕੰਮ ਕਰਵਾਉਣ ਦਾ ਹੋਵੇ। ਮਹਿੰਗਾਈ ਦੀ ਜਦੋਂ ਗੱਲ ਕਰਦੇ ਹਾਂ, ਸਾਨੂੰ ਯਾਦ ਹੈ ਜਦੋਂ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣੇ ਸੀ 2014 ਦੇ ਵਿੱਚ, ਤੇ ਉਦੋਂ ਉਹਨਾਂ ਨੇ ਇਹ ਗੱਲ ਕਹਿੰਦੇ ਸੀ ਕਿ ਮੇਰੀ ਕਿਸਮਤ ਬਹੁਤ ਚੰਗੀ ਹੈ, ਮੈਂ ਪ੍ਰਧਾਨ ਮੰਤਰੀ ਬਣਿਆ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਬਹੁਤ ਘਟ ਗਈਆਂ ਤੇ ਤੇਲ ਤੇ ਪੈਟਰੋਲ ਜਿਹੜਾ ਉਹ ਬੜਾ ਸਸਤਾ ਹੋ ਗਿਆ। ਤੇ ਅਸੀਂ ਜਾਣਦੇ ਹਾਂ ਕਿ ਪਿਛਲੇ 8 ਸਾਲਾਂ ਦੇ ਵਿੱਚ ਅਸੀਂ 30 ਲੱਖ ਕਰੋੜ ਤੋਂ ਵੀ ਵੱਧ ਟੈਕਸ ਦੇ ਰੂਪ ਵਿੱਚ ਰੁਪਈਏ ਜਿਹੜੇ ਆ ਉਹ ਤੇਲ ਤੇ ਪੈਟਰੋਲ ਤੇ ਦਿੱਤੇ ਨੇ। ਤੇ ਮਹਿੰਗਾਈ ਦੇ ਜਿਹੜੇ ਤੁਸੀਂ ਗੱਲ ਕੀਤੀ ਆ ਬਿਲਕੁਲ ਠੀਕ ਆ। 2014 ਦੀ ਮਈ ਨੂੰ ਜਿਹੜੀ ਮਹਿੰਗਾਈ ਦੀ ਦਰ ਸੀ ਉਹ ਤੋਂ ਬਾਅਦ ਕਦੇ ਇਹ ਇੰਨੀ ਨਹੀਂ ਪਹੁੰਚੀ ਜਿੱਥੇ ਤੱਕ ਅਸੀਂ ਹੁਣ ਪਹੁੰਚ ਗਏ ਹਾਂ। ਉਹਦੇ ਕਈ ਸਾਰੇ ਕਾਰਨ ਹੋ ਸਕਦੇ ਨੇ, ਪਰ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹ ਇੱਕ ਕਾਰਪੋਰੇਟ ਅਦਾਰੇ ਦੇ ਵਾਂਗ ਕੰਮ ਕਰਦੀਆਂ ਨੇ। ਮੈਂ ਥੋੜਾ ਜਿਹਾ ਇੱਥੇ ਤੁਹਾਨੂੰ ਰੋਕਣਾ ਚਾਹੂੰਗੀ। ਜਦੋਂ ਮੋਦੀ ਸਰਕਾਰ ਸੱਤਾ 'ਚ ਆਈ ਤੇ ਉਹਨਾਂ ਨੇ ਮਹਿੰਗਾਈ ਨੂੰ ਮੁੱਦਾ ਬਣਾਇਆ ਸੀ ਵੀ ਅਸੀਂ ਮਹਿੰਗਾਈ ਨੂੰ ਠੱਲ ਪਾਵਾਂਗੇ, ਤੇ ਅੱਜ ਮਹਿੰਗਾਈ ਨੂੰ ਤੇ ਠੱਲ ਨਹੀਂ ਪਈ। ਪਰ ਮੋਦੀ ਹੋਰਾਂ ਦਾ ਇੱਕ ਬਿਆਨ ਜਿਹੜਾ ਸਾਹਮਣੇ ਆਇਆ, ਕਹਿੰਦੇ 2 ਵਾਰੀ ਪ੍ਰਧਾਨ ਮੰਤਰੀ ਬਣਨਾ ਮੇਰੇ ਲਈ ਕਾਫੀ ਨਹੀਂ ਹੈ, ਮੈਂ ਤੇ ਕਿਸੇ ਹੋਰ ਧਾਤੂ ਦਾ ਬਣਿਆ ਹੋਇਆ। ਉਹ ਤੀਜੀ ਵਾਰੀ ਫਿਰ ਪ੍ਰਧਾਨ ਮੰਤਰੀ ਬਣਨ ਨੂੰ ਫਿਰਦੇ ਨੇ ਤੇ ਮਹਿੰਗਾਈ ਵਾਲਾ ਮੁੱਦਾ ਹੱਲ ਹੋਣ ਦੀ ਥਾਂ ਤਾਂ ਨੂੰ ਚੜਿਆ ਜਾਂਦਾ। ਸੁਵਲੀਨ ਜੀ, ਜੇ ਮੈਂ ਮੋਦੀ ਸਾਹਿਬ ਤੋਂ ਪਹਿਲਾਂ ਦੀ ਗੱਲ ਕਰਾਂ ਤੇ ਇੰਦਰਾ ਗਾਂਧੀ ਨੇ ਵੀ ਭਾਰਤ 'ਚੋਂ ਮਹਿੰਗਾਈ ਦੇ ਖਾਤਮੇ ਦੀ ਗੱਲ ਕੀਤੀ ਸੀ ਤੇ ਉਦੋਂ ਫਿਰ ਚੁਟਕਲੇ ਸੁਣਾਏ ਜਾਣ ਲੱਗ ਗਏ ਸੀਗੇ, ਗਰੀਬੀ ਨੂੰ ਨਾ ਖਤਮ ਕਰੋ, ਗਰੀਬਾਂ ਨੂੰ ਹੀ ਖਤਮ ਕਰ ਦਿਓ। ਸੋ ਗਰੀਬੀ ਤੇ ਮਹਿੰਗਾਈ ਬਿਲਕੁਲ ਪਰਸਪਰ ਜੁੜੀਆਂ ਹੋਈਆਂ ਚੀਜ਼ਾਂ ਨੇ ਕਿ ਜਦੋਂ ਲੋਕਾਂ ਦੀ ਬਾਇੰਗ ਕਪੈਸਿਟੀ ਜਿਹੜੀ ਉਹ ਨਹੀਂ ਰਹਿੰਦੀ ਤੇ ਉਹ ਫਿਰ ਗਰੀਬ ਹੋ ਜਾਂਦੇ ਨੇ। ਸੋ ਇਹ ਗੱਲ ਬਿਲਕੁਲ ਠੀਕ ਹੈ। ਉਹ ਕਹਿੰਦੇ ਕਿ ਮੈਂ ਕਿਸੇ ਹੋਰ ਧਾਤੂ ਦਾ ਬਣਿਆ ਹੋਇਆ। ਅਸੀਂ ਤਾਂ ਇਹੀ ਗੱਲ ਜਾਣਦੇ ਸੀ ਕਿ ਸਾਰੇ ਜਿਹੜੇ ਆ ਉਹ 5 ਭੂਤਕ ਸਰੀਰ ਹੀ ਹੁੰਦੇ ਨੇ। ਹੁਣ ਮੋਦੀ ਸਾਹਿਬ ਨੂੰ ਆਪ ਹੀ ਦੱਸ ਸਕਦੇ ਨੇ ਕਿ ਉਹ ਕਿਹੜੇ ਧਾਤੂ ਦੇ ਬਣੇ ਹੋਏ ਨੇ, ਕਿਉਂਕਿ ਉਹਨਾਂ ਦੀ ਚਾਹ ਵੇਚਣ ਵਾਲੀ ਸਟੇਸ਼ਨ ਵੀ ਨਹੀਂ ਲੱਭੀ ਹਾਲੇ ਤੱਕ, ਤੇ ਨਾ ਹੀ ਉਹ ਗੱਡੀ ਲੱਭੀ ਜਿਹਦੇ 'ਚ ਉਹ ਚਾਹ ਵੇਚਦੇ ਸੀ, ਨਾ ਹੀ ਉਹਨਾਂ ਦੀ ਡਿਗਰੀ ਛਾਪਣ ਵਾਲਾ ਕੰਪਿਊਟਰ ਲੱਭਿਆ, ਤੇ ਇਹਨਾਂ ਦੀ ਧਾਤੂ ਵੀ ਨਹੀਂ ਜੇ ਲੱਭਣੀ। ਪਰ ਭਗਤਾਂ ਲਈ ਉਹ ਭਗਵਾਨ ਨੇ, ਸਾਡੇ ਲਈ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਲੋਕਾਂ ਦੇ ਭਲੇ ਦੀਆਂ ਗੱਲਾਂ ਕਰਨ। ਪਰ ਜਿਹੜੀ ਗੱਲ ਮਹਿੰਗਾਈ ਨੂੰ ਲੈ ਕੇ ਸਵਲੀਨ ਜੀ ਤੁਸੀਂ ਕਰਦੇ ਆ, ਉਹਦੇ ਹਾਲਾਤ ਇੰਨੇ ਬੁਰੇ ਨੇ ਕਿ ਬੀਤੇ ਸਮੇਂ ਦੀ ਜੇ ਗੱਲ ਕਰੀਏ ਤੇ ਸਭ ਤੋਂ ਮਹਿੰਗੀਆਂ ਜਿਹੜੀਆਂ ਚੀਜ਼ਾਂ ਹੋਈਆਂ, ਅਸੀਂ ਜਾਣਦੇ ਹਾਂ ਕਿ ਬਾਲਣ ਤੇ ਤੇਲ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਮਹਿੰਗਾਈ ਨੂੰ। ਉਹ ਤੇ ਮਹਿੰਗਾ ਹੋਣਾ ਹੀ ਹੋਣਾ ਸੀ।
ਹੁਣ ਅਸੀਂ 20 ਵਾਰ ਕਹੀ ਜਾਈਏ ਕਿ ਕਰੋਨਾ ਉਹਦਾ ਕਾਰਨ ਸੀ ਜਾਂ ਯੂਕਰੇਨ ਯੁੱਧ ਉਹਦਾ ਕਾਰਨ ਹੈ, ਸਭ ਤੋਂ ਵੱਧ ਮਹਿੰਗਾ ਹੋਣ ਵਾਲੀ ਚੀਜ਼ ਜਿਹੜੀ ਆ ਉਹਦੇ 'ਚ ਸ਼ੁਮਾਰ ਆਟਾ ਵੀ ਹੋਇਆ। ਤੇਲ ਤੇ ਘਿਓ, ਸਬਜ਼ੀਆਂ, ਕੱਪੜੇ, ਜੁੱਤੀਆਂ, ਮੋਬਾਈਲ ਤੇ ਇੰਟਰਨੈਟ, ਇਹ ਉਹ ਚੀਜ਼ਾਂ ਨੇ ਜਿਹੜੀਆਂ ਸਾਡੇ ਹਰ ਬੰਦੇ ਨੂੰ ਜ਼ਿੰਦਗੀ 'ਚ ਚਾਹੀਦੀਆਂ ਨੇ, ਤੇ ਇਹ ਸਭ ਜਿਹੜੀਆਂ ਨੇ ਉਹ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ। ਕਾਰਪੋਰੇਟ ਅਦਾਰਿਆਂ ਦੀ ਤਰਜ਼ ਤੇ ਕੰਮ ਕਰਨਾ ਤੇ ਕਾਰਪੋਰੇਟ ਘਰਾਣਿਆਂ ਵਾਸਤੇ ਕੰਮ ਕਰਨਾ ਇਸ ਸਰਕਾਰ ਦਾ ਜਿਹੜਾ ਆ ਉਹ ਕੰਮ ਹੋ ਚੱਲ ਚੁੱਕਿਆ ਹੈ। ਤੇ ਅਸੀਂ ਇਹ ਵੀ ਗੱਲ ਜਾਣਦੇ ਹਾਂ ਕਿ ਬੀਤੇ ਕੁਝ ਮਹੀਨਿਆਂ ਤੋਂ ਜੋ ਸਾਡੇ ਗਵਾਂਢੀ ਮੁਲਕ ਨੇਪਾਲ ਤੇ ਸ਼੍ਰੀਲੰਕਾ 'ਚ ਵਾਪਰ ਰਿਹਾ, ਹੁਣ ਇਹ ਆਵਾਜ਼ਾਂ ਆਮ ਆਉਣ ਲੱਗ ਪਈਆਂ ਵੀ ਸਾਡੇ ਮੁਲਕ 'ਚ ਵੀ ਕਿਸੇ ਵੇਲੇ ਹਾਲਾਤ ਜਿਹੜੇ ਇਹੋ ਜਿਹੇ ਬਣ ਸਕਦੇ ਨੇ। RBI ਜਿਹੜੀ ਕਿ ਮਹੀਨੇ ਬਾਅਦ ਇਹਨਾਂ ਸਾਰੀਆਂ ਚੀਜ਼ਾਂ ਦਾ ਰਿਵਿਊ ਕਰਦੀ ਹੈ, ਉਹਨਾਂ ਨੇ ਬੀਤੇ ਸਮੇਂ ਦੇ ਵਿੱਚ ਜਿੰਨੀ ਪ੍ਰੈਡਿਕਸ਼ਨ ਕੀਤੀ ਸੀ ਉਹਦੇ ਤੋਂ ਬਹੁਤ ਉਲਟ ਨਤੀਜੇ ਜਿਹੜੇ ਆ ਉਹ ਮਹਿੰਗਾਈ ਨੂੰ ਲੈ ਕੇ ਦੇਖਣ ਨੂੰ ਮਿਲ ਰਹੇ ਨੇ। ਸਰਕਾਰ ਇਹਦੇ ਲਈ ਬਹੁਤ ਕੁਝ ਕਰ ਸਕਦੀ ਹੈ, ਪਰ ਸਰਕਾਰ ਦਾ ਧਿਆਨ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਬਿਲਕੁਲ ਨਹੀਂ ਹੈਗਾ। ਪਰ ਲੋਕ ਵੀ ਜਿਹੜੇ ਨੇ ਉਹ ਅਸੀਂ ਜਦੋਂ ਕਿਤੇ ਗੱਲ ਕਰਦੇ ਹਾਂ ਤੇ ਉਹ ਫਿਰ ਇਹਨਾਂ ਚੀਜ਼ਾਂ ਤੋਂ ਅਵੇਸਲੇ ਨਜ਼ਰ ਆਉਂਦੇ ਨੇ। ਸਭ ਤੋਂ ਵੱਧ ਮਹਿੰਗਾਈ ਦਾ ਅਸਰ ਜਿਹੜਾ ਆ ਪੱਛਮੀ ਬੰਗਾਲ, ਮੱਧ ਪ੍ਰਦੇਸ਼, ਤੇਲੰਗਾਨਾ ਜਾਂ ਛੋਟੀਆਂ ਜਿਹੜੀਆਂ ਸਟੇਟਸ ਆ ਉਹਨਾਂ ਦੇ ਉੱਤੇ ਜ਼ਿਆਦਾ ਨਜ਼ਰ ਆਉਂਦਾ। ਪਰ ਓਵਰਆਲ ਸਾਰੇ ਹੀ ਮੁਲਕ ਦੇ ਵਿੱਚ ਜਿਹੜੇ ਮਹਿੰਗਾਈ ਦੇ ਅੰਕੜੇ ਨੇ ਉਹ ਹੈਰਾਨ ਕਰਨ ਵਾਲੇ ਹੀ ਹਨ। ਦੇਖੋ ਇਹਦੇ ਪਿੱਛੇ ਜਿਹੜੇ ਕਾਰਨ ਨੇ, ਚੰਗੀ ਫਸਲ ਠੀਕ ਠਾਕ ਹੋ ਰਹੀ ਆ, ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਆਸਵਾਨ ਰਹਿੰਦੇ ਹਾਂ। ਬਾਰਿਸ਼ ਜਾਂ ਫਿਰ ਅੰਤਰਰਾਸ਼ਟਰੀ ਜਿਹੜੇ ਕਾਰਨ ਨੇ ਉਹ ਸਾਡੇ ਸਾਹਮਣੇ ਆਉਂਦੇ ਨੇ, ਪਰ ਅਸੀਂ ਦੇਖਦੇ ਹਾਂ ਕਿ ਸਰਕਾਰਾਂ ਦਾ ਜਿਹੜਾ ਰੁਝਾਨ ਆ ਉਹ ਆਮ ਲੋਕਾਂ ਦੇ ਉੱਤੇ ਬਿਲਕੁਲ ਨਹੀਂ ਹੈਗਾ। LIC ਨੂੰ ਲੈ ਕੇ ਜੋ ਕੁਝ ਹੋ ਰਿਹਾ, ਸ਼ੇਅਰ ਮਾਰਕੀਟ ਬੀਤੇ ਦਿਨਾਂ ਦੇ ਵਿੱਚ ਬਹੁਤ ਵਾਰ ਡਿੱਗ ਚੁੱਕੀ ਆ। ਏਅਰ ਇੰਡੀਆ, LIC, ਹੋਰ ਹਿੰਦੁਸਤਾਨ ਦੀਆਂ ਵੱਡੀਆਂ ਕੰਪਨੀਆਂ ਨੂੰ ਜਿਹੜਾ ਆ ਉਹ ਸਿਰਫ ਔਰ ਸਿਰਫ ਮੋਨੇਟਾਈਜੇਸ਼ਨ ਵਾਲੇ ਪਾਸੇ ਨੂੰ ਜਾਂ ਵਿਦੇਸ਼ੀ ਨਿਵੇਸ਼ ਵਾਲੇ ਪਾਸੇ ਨੂੰ ਧੱਕਿਆ ਜਾ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇ ਨਾਲ ਵੀ ਜਿਹੜਾ ਵਿਦੇਸ਼ੀ ਕਰਜ਼ਾ ਜਾਂ ਫਿਰ ਸਾਡੀਆਂ ਜਿਹੜੀਆਂ ਚੀਜ਼ਾਂ ਨੇ ਉਹ ਰੁੱਖ ਸਿਰ ਨਹੀਂ ਆ ਰਹੀਆਂ। ਕਈ ਵਾਰ ਇਹ ਗੱਲ ਕਹੀ ਜਾ ਰਹੀ ਆ ਕਿ BJP ਦੇ ਕੋਲ ਹੋਰ ਕੋਈ ਚੀਜ਼ਾਂ ਸਾਹਮਣੇ ਹੋਣਗੀਆਂ, ਪਰ ਇਹਨਾਂ ਕੋਲ ਇੱਕ ਚੰਗੀ ਵਿਦੇਸ਼ ਨੀਤੀ ਤੇ ਚੰਗੀ ਜਿਹੜੀ ਆ ਫਾਈਨਾਂਸ ਨੀਤੀ ਦੀ ਕਮੀ ਨਜ਼ਰ ਆਉਂਦੀ ਆ। ਤੇ ਉਹ ਇਹਨਾਂ ਚੀਜ਼ਾਂ ਦੇ ਵਿੱਚ ਉਹ ਦਿਖ ਰਿਹਾ ਆ ਕਿ ਉਹ ਜਿਹੜੇ ਅੰਕੜੇ ਨੇ ਉਹ ਇਹ ਦੱਸ ਰਹੇ ਨੇ ਕਿ ਸਰਕਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਸੰਕੇਤਕ ਤੌਰ ਤੇ ਵੀ ਕਰੜੇ ਫੈਸਲੇ ਲੈਣ ਵਾਲੀ ਨਜ਼ਰ ਨਹੀਂ ਆ ਰਹੀ, ਤੇ ਨਾ ਹੀ ਇੱਦਾਂ ਲੱਗਦਾ ਹੈ ਕਿ ਸਰਕਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਚਿੰਤਤ ਆ। ਪਰ ਆਮ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਮੁਸ਼ਕਿਲ 'ਚ ਹੈ। ਦੇਖੋ ਜੀ ਆਉਣ ਵਾਲੇ ਦਿਨਾਂ 'ਚ ਇਹ ਹਾਲਾਤ, ਅਗਲੀ ਰਿਪੋਰਟ ਜਦੋਂ ਆਉਂਦੀ ਆ ਜੂਨ ਦੀ ਜਾਂ ਜੁਲਾਈ ਦੀ, ਕੁਝ ਅੰਕੜੇ ਠੀਕ ਹੁੰਦੇ ਨੇ ਜਾਂ ਫਿਰ ਕੁਝ ਹੋਰ ਜਿਹੜੇ ਆ ਇਹਦੇ ਵਿੱਚ ਇਜ਼ਾਫਾ ਵੀ ਨਜ਼ਰ ਆ ਸਕਦਾ, ਕਿਉਂਕਿ ਵੱਖ-ਵੱਖ ਆਰਥਿਕ ਮਾਹਰ ਜਿਹੜੇ ਨੇ ਇਹਨੂੰ ਲੈ ਕੇ ਵੱਖਰੀਆਂ ਗੱਲਾਂ ਕਰਦੇ ਨੇ। ਇਹ ਵੀ ਇੱਕ ਨਵੀਂ ਤਰ੍ਹਾਂ ਦੀ ਕਹਾਣੀ ਸਾਹਮਣੇ ਆਉਂਦੀ ਆ ਕਿ ਜੇਕਰ 1000-1500 ਬੰਦਾ ਕਿਤੇ ਪ੍ਰਧਾਨ ਮੰਤਰੀ ਨੂੰ ਲੈ ਕੇ ਕਿਸੇ ਗੱਲ ਲਈ ਚਿੱਠੀ ਲਿਖਦਾ ਹੈ ਕਿ ਆਹ ਮਸਲਾ ਜਿਹੜਾ ਆ ਉਹ ਗਲਤ ਹੋ ਰਿਹਾ, ਪ੍ਰਧਾਨ ਮੰਤਰੀ ਸਾਹਿਬ ਇਹ 'ਤੇ ਧਿਆਨ ਦੇਣ, ਤੇ ਅਗਲੇ ਦਿਨ ਉਹਦੇ ਉਲਟ ਜਾ ਕੇ 2000 ਬੰਦਾ ਦੂਜੇ ਪਾਸੇ ਚਿੱਠੀ ਲਿਖ ਦਿੰਦਾ। ਸਾਡੀ ਜਿਹੜੀ ਵਿਜ਼ਡਮ ਆ ਉਹ ਵੀ ਭਾਗਾਂ 'ਚ ਵੰਡੀ ਗਈ ਆ, ਰਾਜਨੀਤੀ 'ਚ ਵੰਡੀ ਗਈ ਆ ਕਿ ਇੱਕ ਵਾਲੇ ਲੋਕ ਜਿਹੜੇ ਨੇ ਸੱਤਾਧਾਰੀ ਪਾਸੇ ਦੇ ਨੇ ਤੇ ਦੂਜੇ ਵਿਪਕਸ਼ ਦੇ ਨੇ। ਸੋ ਵਿਰੋਧ ਨੂੰ ਸੁਣਨ ਨੂੰ ਕੋਈ ਵੀ ਤਿਆਰ ਨਹੀਂ ਆ। ਜਿਹੜੀ ਸੱਤਾਧਾਰੀ ਧਿਰ ਆ ਉਹ ਦੂਜੇ ਪਾਸੇ ਉਹਨਾਂ ਨੇ ਵਿਰੋਧ ਦਾ ਕਾਟ ਦੇਣ ਲਈ ਵੱਡੀ ਫੌਜ ਰੱਖੀ ਹੋਈ ਆ। ਦੇਖੋ ਜੀ ਇਹਦਾ ਕੀ ਬਣਦਾ ਹੁਣ, ਤੇ ਵੱਡੀ ਗੱਲ ਹੈ। ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਇੱਥੇ ਖਤਮ ਹੋ ਗਿਆ। ਕੱਲ ਨੂੰ ਫਿਰ ਨਵੇਂ ਮੁੱਦਿਆਂ ਦੇ ਨਾਲ ਹਾਜ਼ਰੀ ਭਰਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਜੀ ਪੰਜਾਬੀ ਨੈਸ਼ਨਲ TV ਦੇ ਨਾਲ। ਸ਼ਰਮਾ ਜੀ ਤੁਹਾਡਾ ਬਹੁਤ ਸ਼ੁਕਰੀਆ, ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਸ਼ੁਕਰੀਆ। ਸ਼ੁਕਰੀਆ ਸੁਲੀਨ ਜੀ।